ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦਿੱਲੀ ਦੇ ਕੁਝ ਐਸੇ ਸਿਰਨਾਵੇਂ ਹਨ ਜਿਨ੍ਹਾਂ ਤੋਂ ਇਹ ਮੁਲਕ ਚੱਲਦਾ। ਇੱਕ ਤਾਂ 7 ਰੇਸ ਕੋਰਸ ਰੋਡ ਹੈ ਜਿੱਥੇ ਪ੍ਰਧਾਨ ਮੰਤਰੀ ਰਹਿੰਦੇ ਹਨ। ਜਦੋਂ ਤੋਂ ਵੈਸੇ ਉੱਥੇ ਪ੍ਰਧਾਨ ਸੇਵਕ ਦਾ ਵਾਸਾ ਹੋਇਆ ਹੈ, ਉਹ 7 ਲੋਕ ਕਲਿਆਣ ਮਾਰਗ ਬਣ ਗਿਆ ਹੈ। ਇੱਥੋਂ ਮੋਦੀ ਜੀ ਸਰਕਾਰ ਚਲਾਉਂਦੇ ਹਨ। ਪਾਰਲੀਮੈਂਟ ਵੀ ਵੱਡਾ ਸਿਰਨਾਮਾ ਸੀ, ਵੱਡਾ ਐਡਰੈਸ ਸੀ। ਹੁਣ ਉਹਦਾ ਵੀ ਸਿਰਨਾਮਾ ਬਦਲ ਰਿਹਾ। 20,000 ਕਰੋੜ ਰੁਪਏ ਨਾਲ ਵਿਸ਼ਾਲ ਸੈਂਟਰਲ ਵਿਸਟਾ ਡਿਵੈਲਪਮੈਂਟ ਪ੍ਰੋਜੈਕਟ ਬਣ ਰਿਹਾ ਹੈ। ਉੱਤੇ 4 ਮੁਸਤੈਦ ਸ਼ੇਰ ਖੜੇ ਕਰ ਦਿੱਤੇ ਗਏ ਹਨ, ਬਾਕੀ ਦਾ ਕੰਮ ਚੱਲ ਰਿਹਾ। ਇੱਕ ਸਿਰਨਾਮਾ ਸੀ 10 ਜਨਪਥ 10 ਜਨਪਥ ਰੋਡ। ਬੜੀ ਤਾਕਤ ਦਾ ਸੋਮਾ ਰਿਹਾ ਇਹ ਬੰਗਲਾ, ਜਿੱਥੇ ਸੋਨੀਆ ਗਾਂਧੀ ਨਿਵਾਸ ਕਰਦੇ ਹਨ ਅਤੇ ਜਿੱਥੇ ਕਾਂਗਰਸੀ ਆਪਣੇ ਆਕਾਵਾਂ ਨੂੰ ਮੱਥਾ ਟੇਕਣ ਜਾਂਦੇ ਹਨ ਤੇ ਆਪਣੀਆਂ ਫੋਟੋਆਂ ਖਿਚਵਾਉਂਦੇ ਹਨ। ਪਿਛਲੇ ਕੁਝ ਦਿਨਾਂ ਵਿੱਚ ਰਾਜਧਾਨੀ ਹਿੰਦ ਸ਼ਹਿਰੇ ਦਿੱਲੀ ਵਿੱਚ ਇੱਕ ਨਵਾਂ ਸਿਰਨਾਮਾ ਉਭਰਿਆ। ਹਰ ਛੋਟਾ ਵੱਡਾ ਕਾਂਗਰਸੀ ਤਾਂ ਹੁਣ ਉਹਦੇ ਤੋਂ ਭਲੀ ਭਾਂਤ ਵਾਕਿਫ ਹੈ। ਇਹ ਨਵਾਂ ਐਡਰੈਸ ਹੈ APJ ਅਬਦੁਲ ਕਲਾਮ ਰੋਡ। ਕਾਂਗਰਸੀ ਇਸ ਪਤੇ ਵੱਲ ਧਾ ਕੇ ਜਾਣਾ ਲੋਚ ਰਹੇ ਹਨ। ਡਾਂਗਾਂ, ਸੋਟਿਆਂ, ਪਾਣੀ ਦੀਆਂ ਬੁਛਾੜਾਂ ਉਹਨਾਂ ਨੂੰ ਰੋਕਣ ਵਿੱਚ ਨਾਕਾਮ ਹੋ ਰਹੀਆਂ ਸਨ। ਉਹਨਾਂ ਦੇ ਵੱਡੇ ਲੀਡਰ ਸੋਨੀਆ ਗਾਂਧੀ ਜੀ ਅਤੇ ਰਾਹੁਲ ਗਾਂਧੀ ਜੀ ਅਕਸਰ ਹੀ ਇਸ ਪਤੇ ਉੱਤੇ ਸਰਕਾਰੀ ਪਿਆਰ ਮੁਹੱਬਤ ਦੇ ਨਿਉਤੇ ਸਵੀਕਾਰ ਕਰਕੇ ਟੁਕਦੇ ਰਹੇ ਹਨ। ਕੋਈ 5 ਵਾਰੀ ਰਾਹੁਲ ਗਾਂਧੀ ਜੀ ਤੇ 3 ਵਾਰੀ ਸੋਨੀਆ ਗਾਂਧੀ ਹੋਰਾਂ ਨੇ ਉੱਥੇ ਚਰਨ ਪਾਏ ਹਨ। ਇਹ ਸਾਨੂੰ ਸਭਨਾਂ ਨੂੰ ਇਮਾਨਦਾਰ ਰੱਖਣ ਵਾਲੇ ਦੇਸ਼ ਦੇ ਮਾਨਮੱਤੇ ਅਦਾਰੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਹੈੱਡਕੁਆਰਟਰ ਹੈ। ਹਿੰਦੁਸਤਾਨ ਦੀ ਰਾਜਨੀਤੀ ਵਿੱਚ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਉਂਝ ਹੀ ਛਾਇਆ ਹੈ ਜਿਵੇਂ ਕਦੀ ਕਾਂਗਰਸ ਦੇ ਰਾਜ ਵਿੱਚ CBI ਛਾਈ ਹੋਈ ਸੀ। ਕਿਤੇ ਕਿਸੇ ਸੂਬੇ ਵਿੱਚ ਸਿਆਸੀ ਵਿਰੋਧੀ ਕਾਬੂ ਨਾ ਆ ਰਹੇ ਹੋਣ, ਕਿਤੇ ਕਿਸੇ ਉਮੀਦਵਾਰ ਨੂੰ ਫਿੱਟ ਕਰਨਾ ਹੋਵੇ, ਕਿਸੇ ਨੂੰ ਦਿਨ ਦਿਹਾੜੇ ਤਾਰੇ ਦਿਖਾਉਣੇ ਹੋਣ, ਕੋਈ ਨਾ ਕੋਈ ਸਰਕਾਰੀ ਅਦਾਰਾ ਅਚਾਨਕ ਫਰਜ਼ ਅਦਾਈ ਨੂੰ ਇੰਨੀ ਸ਼ਿੱਦਤ ਨਾਲ ਪਰਨਾਇਆ ਜਾਂਦਾ ਹੈ ਕਿ ਬਸ ਨਾ ਹੀ ਨਹੀਂ ਕਰ ਹੁੰਦੀ। ਵੈਸੇ ਵੀ ਮਜ਼ਬੂਤ ਸਰਕਾਰਾਂ ਨੂੰ ਕੌਣ ਨਾ ਕਰਦਾ। APJ ਅਬਦੁਲ ਕਲਾਮ ਰੋਡ ਵਾਲੀ ਦਰਗਾਹ ਉੱਤੇ ਕਿਉਂ ਬਿਨਾਂ ਵਜ੍ਹਾ ਮੱਥਾ ਟੇਕਣ ਜਾਵੇ ਕੋਈ। ਤੇ ਬਾਕੀ ਅਦਾਰਿਆਂ ਦਾ ਕੀ ਹਾਲ ਹੈ? ਪਾਰਲੀਮੈਂਟ ਵਿੱਚ ਬਹੁਤ ਰੌਲਾ ਪਾ ਕੇ ਡਿਬੇਟ ਦੀ ਮੰਗ ਕਰਨ ਵਾਲੇ ਸਸਪੈਂਡ ਕੀਤੇ ਜਾ ਰਹੇ ਹਨ। ਜਿਵੇਂ ਬਿਨਾਂ ਕਿਸੇ ਬਹਿਸ ਤੋਂ ਖੇਤੀ ਬਿੱਲ ਪਾਸ ਹੋ ਜਾਂਦੇ ਹਨ, ਫਿਰ ਬਿਨਾਂ ਕਿਸੇ ਬਹਿਸ ਤੋਂ ਰੱਦ ਹੋ ਜਾਂਦੇ ਹਨ। ਉਹ ਸਭ ਵੀ ਦੇਸ਼ ਨੇ ਖੂਬ ਵੇਖਿਆ। ਸੂਬਿਆਂ ਵਿੱਚ ਸਰਕਾਰਾਂ ਕਿਵੇਂ ਡਰਾਈਆਂ ਜਾਂਦੀਆਂ ਹਨ, ਕਿਵੇਂ ਅੱਧੀ ਰਾਤੀ ਉਲਟਾਈਆਂ ਜਾਂਦੀਆਂ ਹਨ, ਕਿਵੇਂ ਸਿਆਸੀ ਪਾਰਟੀਆਂ ਆਪਣੇ ਫਰੀਕਾਂ ਨੂੰ ਜਾਂ ਕਦੀ ਰੁੱਸੇ ਹੋਏ ਸ਼ਰੀਕਾਂ ਨੂੰ ਬੱਸਾਂ ਜਾਂ ਜਹਾਜ਼ਾਂ ਵਿੱਚ ਬਿਠਾ ਕੇ ਕਿਸੇ 5 ਸਿਤਾਰਾ ਹੋਟਲ ਵਿੱਚ ਸ਼ਾਹੀ ਵਿਸ਼ਰਾਮ ਕਰਾਉਂਦੀਆਂ ਹਨ। ਇਹ ਫਿਲਮ ਤਾਂ ਹੁਣ ਵਾਰ-ਵਾਰ TV ਉੱਤੇ ਚੱਲਦੀ ਰਹਿੰਦੀ ਹੈ। ਸਾਡੀਆਂ ਆਲਾ ਅਦਾਲਤਾਂ ਤੋਂ ਜਿਹੋ ਜਿਹੇ ਫੈਸਲੇ ਆ ਰਹੇ ਹਨ, ਜਿਹੋ ਜਿਹੇ ਕੇਸ ਸੁਣੇ ਹੀ ਨਹੀਂ ਜਾ ਰਹੇ, ਉਹ ਹੁਣ ਕਿਸ ਤੋਂ ਭੁੱਲਿਆ? ਕੀ ਸਾਡੇ ਲੋਕਤੰਤਰਿਕ ਜਮਹੂਰੀ ਅਦਾਰੇ ਭੁਰਦੇ ਅਸਲੋਂ ਖਸਤਾ ਹਾਲ ਹੋ ਚੁੱਕੇ ਹਨ? ਕੀ ਸੱਚਮੁੱਚ ਡੈਮੋਕ੍ਰੇਸੀ ਹੁਣ ਕੇਵਲ ਇੱਕ ਯਾਦ ਜਿਹੀ ਬਣ ਕੇ ਰਹਿ ਗਈ ਹੈ? ਇਹ ਮੈਂ ਨਹੀਂ ਕਹਿ ਰਿਹਾ, ਇਹ ਰਾਹੁਲ ਗਾਂਧੀ ਨੇ ਕਿਹਾ। ਮੈਂ APJ ਅਬਦੁਲ ਕਲਾਮ ਰੋਡ ਥੋੜੀ ਜਾਣਾ। ਇਸ ਲਈ ਆਓ ਅਦਾਰਿਆਂ ਅਤੇ ਲੋਕਤੰਤਰੀ ਰਿਸ਼ਤਿਆਂ, ਕਦਰਾਂ ਕੀਮਤਾਂ ਦੀ ਗੱਲ ਕਰ ਲਈਏ ਜਦੋਂ ਤੱਕ ਡੈਮੋਕ੍ਰੇਸੀ ਦੀ ਕੋਈ ਯਾਦ ਅਜੇ ਬਚੀ ਹੈ। ਸਾਡੇ ਨਾਲ ਇਸ ਗੱਲਬਾਤ ਵਿੱਚ ਸ਼ਾਮਲ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਪੋਲੀਟੀਕਲ ਸਾਇੰਸ ਦੇ, ਰਾਜਨੀਤਿਕ ਵਿਗਿਆਨ ਦੇ ਤਾਉਮਰ ਵਿਦਿਆਰਥੀ ਤੇ ਪ੍ਰੋਫੈਸਰ ਰਹੇ ਹਨ, ਪੰਜਾਬ ਯੂਨੀਵਰਸਿਟੀ ਦੇ ਨਾਲ ਵਾਬਸਤਾ ਹਨ ਅਤੇ ਦੇਸ਼ ਭਰ ਦੇ ਵਿੱਚ ਅਦਾਰਿਆਂ ਤੇ ਡੈਮੋਕ੍ਰੇਸੀ ਵਿਚਲਾ ਰਿਸ਼ਤਾ ਕਿੰਜ ਨਿਭਦਾ ਆ ਰਿਹਾ, ਕਿਵੇਂ ਨਿਭਦਾ ਹੈ ਤੇ ਬਿਹਤਰ ਡੈਮੋਕ੍ਰੇਸੀਜ਼ ਦੇ ਵਿੱਚ ਇਹ ਰਿਸ਼ਤੇ ਕਿਵੇਂ ਦੁਨੀਆ ਨੇ ਦੇਖੇ ਹਨ, ਇਸ ਨੂੰ ਭਲੀਭਾਂਤ ਜਾਣਦੇ ਹਨ। ਸਾਡੇ ਨਾਲ ਜੁੜ ਰਹੇ ਹਨ ਕਮਲਜੀਤ ਜੀ। ਖੱਬੀਆਂ ਪਾਰਟੀਆਂ ਦੇ ਨਾਲ ਉਮਰ ਭਰ ਉਹਨਾਂ ਦੀ ਰਾਜਨੀਤੀ ਨੂੰ ਨੇੜਿਓਂ ਦੇਖਦੇ ਰਹੇ। ਇੱਕ ਖੱਬੀ ਪਾਰਟੀ ਦੇ CPI ਮਾਰਕਸਿਸਟ ਲੈਨਿਸਟ ML ਦੇ ਨਾਲ ਕੰਮ ਕਰਦੇ ਸੀਨੀਅਰ ਕਾਰਕੁਨ ਕਮਲਜੀਤ ਜੀ ਨੇ ਇੱਕ ਲੰਬੇ ਸਮੇਂ ਤੋਂ ਪੱਛਮੀ ਡੈਮੋਕ੍ਰੇਸੀਜ਼ ਦੇ ਵਿੱਚ ਇੰਸਟੀਟਿਊਸ਼ਨਲ ਫਰੇਮਵਰਕ ਕਿਵੇਂ ਸਟਰੋਂਗਲੀ ਖੜੇ ਰਹਿੰਦੇ ਨੇ, ਉਸ ਵੇਲੇ ਵੀ ਜਿਸ ਵੇਲੇ ਕੋਈ ਟਰੰਪ ਵਰਗਾ ਡਾਢਾ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਵੇ ਤੇ ਸਾਡੇ ਇੱਥੇ ਜਦੋਂ ਕੋਈ ਡਾਢਾ ਹੋ ਜਾਵੇ ਸਿਆਸਤਦਾਨ, ਕੋਈ ਆਕਾ, ਤਾਂ ਕਿਵੇਂ ਇੰਸਟੀਟਿਊਸ਼ਨ ਭੁਰਦੇ ਨੇ। ਇਹਨਾਂ ਦੋ ਨੂੰ ਆਪਸ ਵਿੱਚ ਮੁਕਾਬਲਾ ਕਰਾ ਕੇ ਚੰਗੀ ਤਰ੍ਹਾਂ ਪੜਿਆ ਨਜਿੱਠਿਆ। ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਇਹ ਪ੍ਰੋਫੈਸਰਾਂ ਨੂੰ ਤੇ ਕੋਈ ਬਹੁਤਾ ED ਤੋਂ ਡਰ ਨਹੀਂ ਹੈਗਾ, ਆਪਾਂ ਤੇ ਖੁੱਲ ਕੇ ਗੱਲ ਕਰ ਲਈਏ ਨਾ। ਬਿਲਕੁਲ ਬਿਲਕੁਲ ਠੀਕ ਹੈ, ਤੁਹਾਡੀਆਂ ਰਿਟਰਨਾਂ ਸਭ ਠੀਕ ਹੋਣੀਆਂ ਚਾਹੀਦੀਆਂ ਨੇ। ਹੁਣ ਇਹ ਦੱਸੋ ਕਿ ਇਹ ਦੇਸ਼ ਦੇ ਵਿੱਚ ਸਰਕਾਰਾਂ ਵੀ ਕਦੀ ਲੱਗਦਾ ਹੈ ਵੀ ED ਉਲਟਾ ਸਕਦਾ ਹੈ? ਜਿਹੜੀਆਂ ਸਰਕਾਰਾਂ ਨੂੰ ਅਜੇ ਤੱਕ ED ਨੇ ਹੱਥ ਨਹੀਂ ਲਾਇਆ, ਕਦੀ ਉਹ ਵੀ ED ਸਰਕਾਰਾਂ ਜਾਪਦੀਆਂ ਨੇ, ਕਿਉਂਕਿ ਇਹ ਉਹ ਨੇ ਜਿਨ੍ਹਾਂ ਵੱਲ ਅਜੇ ED ਦਾ ਧਿਆਨ ਨਹੀਂ ਗਿਆ ਜਾਂ ਕਿਸੇ ਨੇ ਉਹਨਾਂ ਨੂੰ ਉਧਰ ਨਜ਼ਰ ਝਾਤ ਪਾਉਣ ਲਈ ਕਿਹਾ ਨਹੀਂ ਹੈ। ਜੇ ਇੰਸਟੀਟਿਊਸ਼ਨਲ ਅਦਾਰੇ ਔਰ ਕੱਲਾ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਵਿਚਾਰਾ ਇੱਕ ਬਦਨਾਮ ਅਦਾਰਾ ਹੋ ਰਿਹਾ, ਜਿਹੜੇ ਮੁਹੱਜ਼ਬ ਅਦਾਰੇ ਸੀ ਦੇਸ਼ ਦੇ,
ਚਾਹੇ ਉਹ ਪਾਰਲੀਮੈਂਟ ਸੀ, ਚਾਹੇ ਜੁਡੀਸ਼ਰੀ ਸੀ, ਇਨਫੈਕਟ ਆਪਣੇ ਘਰ ਨੂੰ ਵੀ ਕਿਉਂ ਬਖਸ਼ਣਾ ਹੈ, ਚਾਹੇ ਉਹ ਫੋਰਥ ਐਸਟੇਟ ਸੀ, ਮੀਡੀਆ ਸੀ, ਉਹ ਅਦਾਰੇ ਆਪਣਾ ਰੋਲ ਕਿਸ ਤਰ੍ਹਾਂ ਨਿਭਾ ਰਹੇ ਨੇ। ਖਾਸ ਤੌਰ ਤੇ ਜਿਸ ਵੇਲੇ ਦੁਨੀਆ ਭਰ ਦੇ ਵਿੱਚ ਬਿਹਤਰ ਇਵੋਲਵਡ ਡੈਮੋਕ੍ਰੇਸੀਜ਼ ਦੇ ਵਿੱਚ ਜਿਸ ਵੇਲੇ ਬਹੁਤ ਰਾਈਟ ਵਿੰਗ ਦਾ ਅਸੀਂ ਚੜ੍ਹਤ ਦੇਖੀ ਹੈ, ਤਾਂ ਉਹਨਾਂ ਅਦਾਰਿਆਂ ਨੇ ਆਪਣਾ ਰੋਲ ਵੀ ਨਿਭਾਇਆ। ਤੁਸੀਂ ਹਿੰਦੁਸਤਾਨ ਦਾ ਮੁਕਾਬਲਾ ਉਹਨਾਂ ਨਾਲ ਕਿਸ ਤਰ੍ਹਾਂ ਕਰਦੇ ਹੋ, ਤੇ ਜੋ ਕੁਝ ਅੱਜ ਪਾਰਲੀਮੈਂਟ ਤੋਂ ਲੈ ਕੇ ਤੇ ਫਿਰ ਜੰਤਰ ਮੰਤਰ ਤੱਕ ਦੇ ਨਜ਼ਾਰੇ ਦੇਖ ਰਹੇ ਹੋ, ਇਹਦੇ ਵਿੱਚੋਂ ਲੋਕਤੰਤਰ ਪੁਣ ਛਾਣ ਕੇ ਦੱਸੋ, ਯਾਦ ਰਹਿ ਗਈ ਹੈ ਕਿ ਬਚੇਗਾ? ਦੇਖੋ ਇਦਾਂ ਹੈਗਾ ਕਿ ਡੈਟੀਰੀਓਰੇਸ਼ਨ ਜਾਂ ਜਿਹੜਾ ਗਿਰਾਵਟ ਹੈ ਉਹ ਤਕਰੀਬਨ ਹਰ ਇੰਸਟੀਟਿਊਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ ਹੈ, ਪਾਰਲੀਮੈਂਟ ਜਿਸ ਤਰ੍ਹਾਂ ਦੀਆਂ ਡਿਬੇਟਸ ਹੁੰਦੀਆਂ, ਡਿਸਕਸ਼ਨਸ ਹੁੰਦੀਆਂ, ਜਿਸ ਤਰ੍ਹਾਂ ਦੀ ਉੱਥੇ ਚੀਕਾ ਰੌਲੀ ਹੁੰਦੀ ਹੈ, ਇਸੇ ਤਰੀਕੇ ਦੇ ਨਾਲ ਕੋਰਟਾਂ ਦਾ ਤੁਸੀਂ ਐਗਜ਼ਾਮਪਲ ਦਿੱਤੀ ਹੈ। ਕੋਰਟਾਂ ਕਿਸ ਤਰ੍ਹਾਂ ਦੇ ਫੈਸਲੇ ਲੈ ਰਹੀਆਂ, ਕਿਸ ਚੀਜ਼ ਨੂੰ ਸਾਹਮਣੇ ਰੱਖ ਕੇ ਫੈਸਲੇ ਲੈ ਰਹੀਆਂ ਜਿਹੜੇ ਕਿ ਲੱਗਦਾ ਹੈ ਵੀ ਰੈਸ਼ਨਲ ਨਹੀਂ ਹਨ। ਇਸੇ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਹੈ ਇਹਨਾਂ ਦੀ ਜਿਹੜੀਆਂ ਏਜੰਸੀਜ਼ ਹੈ। ਦੇਖੋ ਕੁਝ ਏਜੰਸੀਜ਼ ਐਸੀਆਂ ਜਿਹੜੀਆਂ ਨੈਸ਼ਨਲ ਲੈਵਲ ਤੇ ਕੰਮ ਕਰਦੀਆਂ, ਉਹਦੇ ਵਿੱਚ ਨਾਰਕੋਟਿਕ ਕੰਟਰੋਲ ਬੋਰਡ ਵੀ ਹੈ, ਬਿਲਕੁਲ, ਉਹਦੇ ਵਿੱਚ ਈਡੀ ਵੀ ਹੈ, ਉਹਦੇ ਵਿੱਚ NIA ਵੀ ਹੈ, ਇਨਕਮ ਟੈਕਸ ਵੀ ਹੈ, ਬਿਲਕੁਲ, ਇਹ ਸਾਰਾ ਕੁਝ ਹੈਗਾ। ਹੁਣ ਜਿਹੜਾ ਤੁਹਾਨੂੰ ਯਾਦ ਹੋਊਗਾ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ CBI ਜਿਹੜਾ ਹੈਗਾ ਉਹ ਇੱਕ ਤੋਤਾ ਹੈਗਾ। ਜੀ ਜੀ, ਹਾਂ, ਪੰਛੀਆਂ ਦੇ ਇਹ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਮੈਨੂੰ ਪਤਾ ਕਿਹੜੇ ਪੰਛੀ ਨਾਲ ਕੀਤੀ ਹੈ। ਅੱਛਾ, ਇਹਦਾ ਮਤਲਬ ਇਹ ਹੈਗਾ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਆਪਣੇ ਤਰੀਕੇ ਨਾਲ ਇਸਤੇਮਾਲ ਕਰਦੀਆਂ ਹਨ, ਜਿਹੜਾ ਕਿ ਬੜਾ ਮਤਲਬ ਐਂਟੀ ਡੈਮੋਕ੍ਰੇਸੀ ਵੀ ਹੈ ਔਰ ਇਹਨਾਂ ਇੰਸਟੀਟਿਊਸ਼ਨਸ ਦਾ ਦੁਰਉਪਯੋਗ ਵੀ ਹੈ, ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਹੁਣ ਜਿੱਥੇ ਤੱਕ ED ਦਾ ਸਵਾਲ ਹੈ, ਤੁਸੀਂ ਕਿਹਾ AGP ਅਬਦੁਲ ਕਲਾਮ ਰੋਡ ਤੇ ED ਦੀ ਧਮਕ ਜਿਹੜੀ ਹੈਗੀ ਆ ਸਿਰਫ ਇੱਥੇ ਨਹੀਂ ਹੈ, ਉਹ ਪੂਰੇ ਕੰਟਰੀ ਦੇ ਵਿੱਚ ਹੈ। ਮੈਂ ਤੁਹਾਨੂੰ, ਤੁਸੀਂ ਫਾਰੂਕ ਅਬਦੁੱਲਾ ਕਸ਼ਮੀਰ ਤੋਂ ਲੈ ਕੇ ਜੀ ਕੇਰਲਾ ਤੱਕ, ਜੀ ਤਾਮਿਲਨਾਡੂ ਤੱਕ, ਮਹਾਰਾਸ਼ਟਰ ਦੇ ਵਿੱਚ ਔਰ ਕਰਨਾਟਕਾ ਦੇ ਵਿੱਚ ਜਿੱਥੇ ਵੀ ਆਪੋਜੀਸ਼ਨ ਦੀ ਸਰਕਾਰ ਹੈ, ਵੈਸਟ ਬੰਗਾਲ ਵੀ, ਉੱਥੇ ਵੀ ਮਮਤਾ ਦਾ ਭਤੀਜਾ ਜਿਹੜਾ ਹੈਗਾ ਉਹ ਇੱਥੇ ਤੇ ED ਨੇ ਆਪਣੇ ਚਰਨ ਪਾਏ ਹਨ। ਯਾਨੀ ED ਜਿਹੜੀ ਹੈਗੀ ਹੈ, ਜਿੱਥੇ ਜਿੱਥੇ ਵੀ ਆਪੋਜੀਸ਼ਨ ਪਾਰਟੀਆਂ ਦੀਆਂ ਸਰਕਾਰਾਂ ਹੈਗੀਆਂ, ਉੱਥੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੋਂ ਲੱਗਦਾ ਹੈ ਵੀ ਇਹ ਕੁਝ ਬੋਲੂਗਾ ਜਾਂ ਡਾਈਸੈਂਟ ਕਰ ਸਕਦਾ ਜਾਂ ਇਹਦੇ ਆਲੇ ਦੁਆਲੇ ਚਾਰ ਬੰਦੇ ਖੜੇ ਹੋ ਕੇ ਸਾਨੂੰ ਚੈਲੰਜ ਕਰ ਸਕਦੇ ਆ, ਉਹਦੇ ਮਗਰ ED ਪਈ ਹੋਈ ਹੈ। ਔਰ ਇਹ ਵੀ ਨਾਲ ਜ਼ਰੂਰੀ ਹੈ ਕਿ ਅੱਜ ਇਹ ਕਿਹਾ ਜਾਂਦਾ ਹੈ ਕਿ ED ਦੀਆਂ ਸਰਕਾਰਾਂ ਹੈਗੀਆਂ, ED ਦੀਆਂ ਸਰਕਾਰਾਂ ਇਸ ਤੇ ਹੈ ਕਿ MLAs ਨੂੰ ਕਿਹਾ ਜਾਂਦਾ ਵੀ ਭਾਈ ਜਾਂ ਤਾਂ ਅਸੀਂ ਤੁਹਾਡੇ ਮਗਰ ਪੈ ਜਾਾਂਗੇ, ਨਹੀਂ ਤੁਸੀਂ ਉਹ ਕਰੋ ਜੋ ਕਿਹਾ ਜਾਂਦਾ। ਔਰ ਕਈ ਜਿਹੜੇ MLA ਹੈ, ਕਈ ਲੀਡਰ ਜਿਹੜੇ ਹੈਗੇ ਆ, ਉਹਨਾਂ ਨੇ ਓਪਨਲੀ ਕਿਹਾ ਕਿ ਸਾਨੂੰ ਟੈਲੀਫੋਨ ਆਏ ਇਸ ਤਰ੍ਹਾਂ ਦੇ। ਜੀ ਜੀ, ਇਹ ਜਿਹੜੀਆਂ ਚੀਜ਼ਾਂ ਮੈਂ ਬੜਾ ਖੂਬਸੂਰਤ ਕਾਰਟੂਨ ਦੇਖਿਆ ਜਿਹਦੇ ਚ ED ਵਾਲੇ ਛਾਪਾ ਮਾਰਦੇ ਨੇ ਸਵੇਰੇ ਸਵੇਰੇ ਬੰਦੇ ਦੇ ਘਰ, ਤੇ ਅੱਗੋਂ ਕਹਿੰਦਾ ਡੋ 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 ਡੋ। ਮੈਂ ਤੇ ਰਾਤੀ ਹੀ ਸਿਆਸੀ ਪਾਰਟੀ ਜੁਆਇਨ ਕਰ ਲਈ ਜਿਨ੍ਹਾਂ ਦਾ ਰਾਜ ਹੈ, ਤੇ ਸਾਰਾ ED ਦਾ ਅਫਸਰ ਰਾਜ ਵਾਪਸ ਚਲਾ ਜਾਂਦਾ। ਮੈਂ ਤੁਹਾਨੂੰ ਦੱਸਣਾ, ਅਗਰ ਤੁਸੀਂ ਡਾਟਾ ਦੇਖੋ ਜੀ, ਦੋ ਚੀਜ਼ਾਂ ਹੈਗੀਆਂ ਜਿਹਦੇ ਉੱਪਰ ED ਫੋਕਸ ਕਰਦੀ ਹੈ। ਇੱਕ ਤਾਂ ਹੈਗੀ ਹੈ ਮਨੀ ਲਾਂਡਰਿੰਗ, ਫੇਮਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਹੈ, ਔਰ ਦੂਸਰਾ ਹੈਗਾ ਮਨੀ ਲਾਂਡਰਿੰਗ ਜੀ, PML। ਤੁਸੀਂ ਦੋਨਾਂ ਦੇ ਵਿੱਚ ਡਾਟਾ ਦੇਖ ਲਓ 2013 ਤੋਂ ਲੈ ਕੇ ਅੱਜ ਤੱਕ ਜੀ, ਯਾਨੀ 5 ਗੁਣਾ ਜਿਹੜੀ ਹੈਗੀ ਬੜੋਤਰੀ ਹੋਈ ਹੈ ED ਦੇ ਕੇਸਿਸ ਦੇ ਵਿੱਚ, ਦੋਨਾਂ ਦੇ ਵਿੱਚ, ਫੇਮਾ ਚ ਵੀ ਔਰ ਮਨੀ ਲਾਂਡਰਿੰਗ ਦੇ ਵਿੱਚ। ਇਹਦਾ ਚੰਗੀ ਗੱਲ ਨਹੀਂ, ਇਹਦਾ ਮਤਲਬ ਇਹ ਹੈਗਾ ਐਨਫੋਰਸਮੈਂਟ ਡਾਇਰੈਕਟੋਰੇਟ ਕੰਮ ਕਰ ਰਿਹਾ ਹੈ ਕਿ ਲੋਕ ਇਮਾਨਦਾਰ ਰਹਿਣ। ਨਹੀਂ, ਇੱਕ ਕੁਐਸਚਨ ਹੁੰਦਾ ਹੈ ਕਿ ਕਿਆ ਇਹ ਸਿਰਫ ਆਪੋਜੀਸ਼ਨ ਵਾਸਤੇ ਹੈ? ਕਿਆ BJP ਦੇ ਵਿੱਚ ਜਾਂ ਜਿਹੜੀਆਂ ਸੱਤਾਧਾਰੀ ਪਾਰਟੀ ਹੈ ਉਹਦੇ ਵਿੱਚ ਸਭ ਦੁੱਧ ਧੋਤੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ED ਆ ਉਹਦੀ ਲੋੜ ਨਹੀਂ ਹੈ, ਔਰ ਲੋੜ ਸਿਰਫ ਜਿਹੜੀ ਹੈਗੀ ਆਪੋਜੀਸ਼ਨ ਵਾਸਤੇ। ਇਹ ਬਹੁਤ ਵੱਡਾ ਕੁਐਸਚਨ। ਲੈਟ ਮੀ ਸਟਾਪ ਯੂ ਰਾਈਟ ਹੇਅਰ। ਕਮਲਜੀਤ ਜੀ, ਸਾਡੀਆਂ ਇਹ ਡੈਮੋਕ੍ਰੇਸੀ ਜਿਹੜੀ ਹੈ ਸਾਡੀ, ਵੀ ਆਲ ਨੋ ਹਕੀਕਤ ਤੋਂ ਕਿਉਂ ਭਜਣਾ ਹੈ ਨਾ, ਐਵੇਂ ED ਵਾਲੇ ਛਾਪਾ ਮਾਰਨਗੇ ਵੀ ਸੱਚੀ ਗੱਲ ਤੁਹਾਨੂੰ ਪਤਾ ਸੀ, ਤੁਸੀਂ ਦੱਸ ਨਹੀਂ ਸੀ ਰਹੇ। ਸਾਡੀ ਡੈਮੋਕ੍ਰੇਸੀ ਫਲॉड ਹੈ। ਇਹ ਥਰਡ ਵਰਲਡ ਡੈਮੋਕ੍ਰੇਸੀਜ਼ ਅਕਸਰ ਫਲॉड ਨੇ। ਇਹਨਾਂ ਦੇ ਜਿਹੜੇ ਚੈਕਸ ਐਂਡ ਬੈਲੈਂਸਿਸ ਦੇ ਸਿਸਟਮ ਨੇ, ਇਹ ਅਮਰੀਕਾ ਵਾਂਗ ਨਹੀਂ ਚੱਲਦੇ ਕਿ ਕੋਈ ਜੇਮਸ ਕੌਮੇ ਉੱਥੇ FBI ਦਾ ਡਾਇਰੈਕਟਰ ਖੜਾ ਹੋ ਜਾਏਗਾ ਤੇ ਟਰੰਪ ਨੂੰ ਵੀ ਨਾ ਕਰ ਦੇਗਾ। ਇਹ ਇਸ ਤਰ੍ਹਾਂ ਚੱਲਦੇ ਨੇ ਕਿ ਇੱਕ ਵਾਰੀ ਇੱਕ ਸਰਕਾਰ ਦੂਜੀ ਦੇ ਪੋਤੜੇ ਫੋਲ ਦੇਗੀ, ਅਗਲੀ ਸਰਕਾਰ ਆਏਗੀ ਉਹ ਪਹਿਲਿਆਂ ਦੇ ਪੋਤੜੇ ਫੋਲ ਦੇਗੀ। ਇੰਕਰੀਮੈਂਟਲੀ ਚੀਜ਼ਾਂ ਇੰਪਰੂਵ ਹੁੰਦੀਆਂ ਚਲੀਆਂ ਜਾਣਗੀਆਂ। ਅਸੀਂ ਇਹਨਾਂ ਕਾਂਗਰਸੀ ਸਰਕਾਰਾਂ ਤੋਂ ਬਿਹਤਰ ਲਾਜ਼ ਵੀ ਉਪਦੇਸ਼ ਦੇਖੇ ਨੇ। RTI ਹੈ, RTE ਹੈ, ਮਨਰੇਗਾ ਵਰਗੇ ਲਾਜ਼ ਨੇ, ਵੈਲਫੇਅਰ ਪਾਲਿਸੀਜ਼ ਨੇ, ਇਹਨਾਂ ਹੀ ਸਰਕਾਰਾਂ ਦੇ ਵਿੱਚੋਂ ਆਈਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਦੀਆਂ ਪਾਲਿਸੀਜ਼ ਨੂੰ ਅਪਣਾਈਆਂ ਸੀ। ਭਾਜਪਾ ਦੇ ਵੇਲੇ ਵੀ ਅਸੀਂ ਦੇਸ਼ ਦੀ ਸੁਰੱਖਿਆ ਬਾਰੇ, ਇੰਟਰਨਲ ਸਿਕਿਉਰਿਟੀ ਬਾਰੇ ਇੱਕ ਬੜਾ ਰੋਬਸਟ ਡਿਬੇਟ ਦੇਖਿਆ। ਕੀ ਇਹ ਮੰਨ ਲਿਆ ਜਾਵੇ ਕਿ ਇਹ ਹੁਣ ਜੇ ਇਹਨਾਂ ਨੂੰ ਫੜ ਰਹੇ ਨੇ ਤਾਂ ਅਗਲੀ ਸਰਕਾਰ ਆਏਗੀ ਉਹਨਾਂ ਨੂੰ ਫੜ ਲੇਗੀ? ਜੇ ਕੀ ਨਾ ਉਹਨਾਂ ਦਾ ਅਗਾੜੀ ਵਾਲਿਆਂ ਦਾ, ਮਹਾਰਾਸ਼ਟਰ ਵਿਕਾਸ ਅਗਾੜੀ, ਜੇ ਉਹ ਆ ਜਾਣਗੇ
ਤਾਂ ਉਹ ਪਿਛਲਿਆਂ ਦੇ ਪੋਤੜੇ ਫੋਲ ਦੇਣਗੇ, ਇਹ ਆਣਗੇ ਤੇ ਇਹਨਾਂ ਦੇ ਫੋਲ ਦੇਣਗੇ। ਹੁਣ ਏਕਨਾਥ ਸ਼ਿੰਦੇ ਜੀ ਨੂੰ ਤਾਂ ਅੰਦਰਲੇ ਦੋਨਾਂ ਦੇ ਭੇਤ ਪਤਾ ਨੇ, ਉਹ ਅਗਲੀ ਵਾਰੀ ਕੁਝ ਹੋਰ ਚੰਨ ਇਸ ਤਰ੍ਹਾਂ ਦਾ ਚਾੜ ਦੇਣਗੇ। ਆਹਿਸਤਾ ਆਹਿਸਤਾ ਇੰਕਰੀਮੈਂਟਲੀ ਫਲਾਡ ਡੈਮੋਕ੍ਰੇਸੀਜ਼ ਇਸ ਤਰ੍ਹਾਂ ਹੀ ਫੰਕਸ਼ਨ ਕਰਦੀਆਂ ਨੇ। ਇਜ਼ ਰਾਹੁਲ ਗਾਂਧੀ ਐਗਜ਼ੈਜਰੇਟਿੰਗ ਕਿ ਡੈਮੋਕ੍ਰੇਸੀ ਕੀ ਯਾਦ ਬਣ ਗਈ ਹੈ? ਮੈਨੂੰ ਇਹ ਲੱਗਦਾ ਹੈ ਕਿ ਅਸਲ ਦੇ ਵਿੱਚ ਜੇ ਆਪਾਂ ਇਸ ਨੂੰ ਇਸ ਤਰ੍ਹਾਂ ਪੁੱਟ ਕਰਾਂਗੇ ਜਿਵੇਂ ਆਪਾਂ ਜਸਟ ਹੁਣੀ ਪੁੱਟ ਕੀਤਾ ਹੈ ਜੀ, ਜਾਂ ਜੋ ਗੱਲ ਖਾਲਿਦ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਕਿ ਕਿਵੇਂ ਉਹ ਸਿਰਫ ਤੇ ਸਿਰਫ ਆਪੋਜੀਸ਼ਨ ਵਾਸਤੇ ਈਡੀ ਨੂੰ ਉਹਨਾਂ ਨੇ ਕਰ ਲਿਆ, ਇਹ ਤੋਂ ਕਈ ਲੋਕ ਇੱਕ ਬਹੁਤ ਹੀ ਮੇਜਰ ਮਿਸਇੰਟਰਪ੍ਰੀਟੇਸ਼ਨ ਡਰਾ ਕਰ ਰਹੇ ਨੇ। ਉਹ ਇਹ ਕਹਿ ਰਹੇ ਨੇ ਜੋ ਐਗਜ਼ੈਕਟਲੀ ਤੁਸੀਂ ਕਨਕਲੂਡ ਕੀਤਾ ਕਿ ਇਹਨਾਂ ਨੇ ਟਾਰਗੇਟ ਕਰ ਲਿਆ ਇਸ ਮੌਜੂਦਾ ਆਪੋਜੀਸ਼ਨ ਨੂੰ, ਅਗਲੀ ਵਾਰੀ ਉਹ ਆ ਜਾਣਗੇ ਉਹ ਇਹਨਾਂ ਨੂੰ ਟਾਰਗੇਟ ਕਰਨਗੇ, ਸੋ ਕੁੱਲ ਮਿਲਾ ਕੇ ਦੋਵੇਂ ਨੇਗੇ। ਸੋ ਇਸ ਤੋਂ ਤਾਂ ਐਂ ਲੱਗਦਾ ਕਿ ਜਿਵੇਂ ਬੜੇ ਇੱਕ ਸਟੇਬਲ ਸਿਸਟਮ ਦੀ ਡਿਸਕਸ਼ਨ ਹੋ ਰਹੀ ਹੈ, ਜਿਵੇਂ ਐਸੇ ਕਿਸੇ ਸਿਸਟਮ ਨੇ ਜਿਹਨੇ ਆਟੋਮੈਟਿਕਲੀ ਸੈਲਫ ਕਿਉਰ ਕਰ ਦੇਣਾ, ਆਪਣੇ ਆਪ ਨੂੰ ਖੁਦ ਹੀ ਰਿਫਾਈਨ ਕਰਦੇ ਚਲੇ ਜਾਣਾ ਹੈ, ਪਰ ਐਸਾ ਨਹੀਂ ਹੈ। ਜਿਸ ਚੇਂਜ ਦੀ ਆਪਾਂ ਹਿੰਦੁਸਤਾਨ 'ਚ ਅੱਜ ਗੱਲ ਕਰ ਰਹੇ ਹਾਂ, ਇਹ ਇੱਕ ਪਰਟੀਕੂਲਰ ਚੇਂਜ ਹੈ ਜਿਹੜਾ ਦੁਨੀਆ ਦੇ ਨਕਸ਼ੇ ਦੇ ਉੱਤੇ ਪਹਿਲਾਂ ਵੀ ਹੋਇਆ ਤੇ ਲੋਕਾਂ ਨੇ ਉਸਦੇ ਨਤੀਜੇ ਦੇਖੇ ਨੇ। ਇਹ ਇੱਕ ਪਰਟੀਕੂਲਰ ਚੇਂਜ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਫਾਸਿਜ਼ਮ ਵੱਲ ਨੂੰ ਚੇਂਜ। ਫਾਸਿਜ਼ਮ ਇੱਕ ਪਰਟੀਕੂਲਰ ਟਾਈਪ ਆਫ ਆਈਡੀਓਲੋਜੀ ਹੈ, ਇੱਕ ਪਰਟੀਕੂਲਰ ਟਾਈਪ ਆਫ ਰਾਜ ਸੱਤਾ ਹੈ ਜਿਸ ਦੇ ਵੱਲ ਨੂੰ ਇਹ ਬਹੁਤ ਟਾਰਗੇਟਿਡਲੀ ਇਸ ਸਰਕਾਰ ਨੇ ਲੈ ਲਿਆ ਉਸ ਨੂੰ। ਹਿੰਦੁਸਤਾਨ ਦੇ ਵਿੱਚ ਹਾਲੇ ਫਾਸਿਜ਼ਮ ਗਾਲ ਵਰਗਾ ਸ਼ਬਦ ਨਹੀਂ ਬਣਿਆ ਪਪੂਲਰ ਨੋਸ਼ਨ ਦੇ ਵਿੱਚ, ਲੇਕਿਨ ਵੈਸਟ ਦੀਆਂ ਡੈਮੋਕ੍ਰੇਸੀਜ਼ ਦੇ ਵਿੱਚ ਇਹ ਕਹਿ ਦੇਣਾ ਕਿਸੇ ਬਾਰੇ ਕਿ ਉਹ ਫਾਸਿਸਟ ਹੋ ਗਿਆ, ਇਹ ਆਪਣੇ ਆਪ ਚ ਇੱਕ ਜਿਹੜਾ ਨਜ਼ਰੀਆਤੀ ਪ੍ਰਿਜ਼ਮ ਦੇ ਵਿੱਚੋਂ ਚੀਜ਼ਾਂ ਨੂੰ ਦੇਖਣਾ ਨਾ, ਇਹ ਇੱਕ ਅਲੱਗ ਚੀਜ਼ ਹੈ। ਮੇਰੀ ਮੁਸ਼ਕਲ ਇਹ ਹੈ ਕਿ ਨਜ਼ਰੀਆਤੀ ਪ੍ਰਿਜ਼ਮ, ਨਜ਼ਰੀਆਤੀ ਤੌਰ ਦੇ ਉੱਤੇ ਹੀ ਫਾਸਿਜ਼ਮ ਕਰਨ ਉੱਥੇ ਇਨਫੋਰਸਮੈਂਟ ਡਾਇਰੈਕਟੋਰੇਟ ਚਲਾ ਜਾਂਦਾ ਤੇ ਛਾਪਾ ਮਾਰਦਾ ਹੈ। ਇੱਕ ਕਮਰੇ ਦੇ ਵਿੱਚੋਂ ਕਰੋੜਾਂ ਰੁਪਏ ਕਿਉਂ ਨਿਕਲਦੇ ਨੇ? ਤੁਸੀਂ ਮੇਰੇ ਘਰ ਮੈਨੂੰ ਫਿਕਸ ਕਰਨ ਲਈ ਛਾਪਾ ਮਾਰੋ ਤੇ ਮੇਰੇ ਗੋਦਾਮ ਦੇ ਵਿੱਚੋਂ ਲਾਸ਼ ਕਿਉਂ ਨਿਕਲੇ? ਜਦੋਂ ਲਾਸ਼ ਨਿਕਲਦੀ ਹੈ ਤਾਂ ਫਿਰ ਇਹਦਾ ਕੋਈ ਮਤਲਬ ਨਹੀਂ ਕਿ ਮੇਰਾ ਛਾਪਾ ਜਸਟੀਫਾਈ ਹੋ ਜਾਂਦਾ ਹੈ, ਫਿਰ ਮੇਰਾ ਛਾਪਾ ਮੈਂ ਬਿਲਕੁਲ ਮੈਂ ਇਸੇ ਗਲਤੀ ਆਣ ਜਾ ਰਿਹਾ। ਇਸ ਜੋ ਫਾਸਿਸਟ ਚੇਂਜ ਹੈ ਉਹ ਮੈਂ ਇਸ ਗੱਲ ਦੇ ਵਿੱਚੋਂ ਨਹੀਂ ਨਾਪ ਰਿਹਾ ਕਿ ਈਡੀ ਵੱਧ ਐਕਟਿਵ ਹੋ ਗਈ ਹੈ ਇਸ ਕਰਕੇ ਫਾਸਿਸਟ ਚੇਂਜ ਹੈ, ਨਹੀਂ। ਅੱਜ ਈਡੀ ਛਾਪੇ ਮਾਰ ਰਹੀ ਹੈ ਤੇ ਉਹ ਬੰਦੇ ਫੜੇ ਜਾ ਰਹੇ ਨੇ ਜਿਨ੍ਹਾਂ ਨੇ ਵਾਕਈ ਕਰੋੜਾਂ ਰੁਪਏ ਦੇ ਨੋਟ ਇਕੱਠੇ ਕੀਤੇ ਨੇ, ਉਹ ਫੜੇ ਜਾ ਰਹੇ ਨੇ। ਇਹਦਾ ਮਤਲਬ ਇਹ ਹੋਇਆ ਕਿ ਜਸਟੀਫਾਈ ਹੋ ਰਿਹਾ ਸਿਸਟਮ, ਇਹ ਛਾਪਿਆਂ ਦਾ ਸਿਸਟਮ ਜਸਟੀਫਾਈ ਹੋ ਰਿਹਾ। ਕਾਹਦੇ ਕਰਕੇ? ਉਹਨਾਂ ਲੋਕਾਂ ਕਰਕੇ ਜਿਨ੍ਹਾਂ ਨੇ ਅੱਜ ਤੱਕ ਇਸ ਸਿਸਟਮ ਨੂੰ ਚਲਾਇਆ ਸੀਗਾ। ਸੋ ਦੋਵੇਂ ਇੱਕ ਦੂਜੇ ਨੂੰ ਜਸਟੀਫਿਕੇਸ਼ਨ ਦੇ ਰਹੇ ਨੇ। ਇਹ ਜਸਟੀਫਾਈ ਕਰ ਰਹੇ ਨੇ ਆਪਣੇ ਛਾਪੇ, ਤੇ ਉਹ ਜਦੋਂ ਨੋਟਾਂ ਦੀ ਢੇਰੀ ਸਾਹਮਣੇ ਕੱਢ ਕੇ ਰੱਖ ਦਿੰਦੇ ਨੇ ਤੇ ਉਹ ਵੀ ਇਹਨਾਂ ਦਾ ਛਾਪਾ ਜਸਟੀਫਾਈ ਹੋ ਜਾਂਦਾ ਹੈ। ਲੇਕਿਨ ਜਿਹੜੀ ਗੱਲ ਅਸੀਂ ਥਰਡ ਪਰਸਨਸ ਨੇ ਖੜੇ ਹੋ ਕੇ ਸਾਈਡ ਤੋਂ ਦੇਖਣੀ ਹੈ, ਜਿਸ ਨੂੰ ਦੇਖਣ ਵਾਸਤੇ ਇਸ ਕਰਕੇ ਜ਼ਰੂਰੀ ਹੈ ਕਿ ਐਸਾ ਕਿਉਂ ਹੋ ਰਿਹਾ ਹੈ ਕਿ ਉਸੇ ਦੌਰਾਨ ਪਾਰਲੀਮੈਂਟ ਡਿਟੀਰੀਓਰੇਟ ਹੋ ਰਿਹਾ ਹੈ। ਜਿਹੜਾ ਸ਼ਬਦ ਅਸੀਂ ਵਰਤਿਆ ਪਾਰਲੀਮੈਂਟ ਡਿਟੀਰੀਓਰੇਸ਼ਨ, ਪਾਰਲੀਮੈਂਟ ਬਿਨਾਂ ਕਿਸੇ ਸਿਲੈਕਟ ਕਮੇਟੀ ਨੂੰ ਭੇਜਿਆ ਸੈਂਕੜੇ ਕਾਨੂੰਨ ਪਾਸ ਕਰ ਦਿੰਦਾ ਹੈ ਜਿਨ੍ਹਾਂ ਦੇ ਵਿੱਚ ਭੇਜਣ ਦੀ ਲੋੜ ਹੀ ਨਹੀਂ ਪੈਂਦੀ। ਤੁਹਾਡੀ ਡੇਟਾ ਸੀਗਾ ਜਿਹੜੀ 50 ਸਾਲ ਉਸ ਵੇਲੇ ਜਦੋਂ ਰਾਹੁਲ ਗਾਂਧੀ ਜੀ ਦੇ ਆਪਣੇ ਘਰ ਦੇ ਵਿੱਚੋਂ ਕਾਫੀ ਨੇੜੇ ਦੇ ਰਿਸ਼ਤੇਦਾਰ ਸਨ, ਦਾਦੀਆਂ ਨਾਨੀਆਂ ਨਹਿਰੂ ਜੀ ਨੇੜੇ ਦੇ ਰਿਸ਼ਤੇਦਾਰ ਸਨ, ਜੋ ਕੁਝ ਉਹ ਕਰਦੇ ਰਹੇ ਨੇ। ਪੰਜਾਬ ਦੀਆਂ ਜਿੰਨੀਆਂ ਸਰਕਾਰਾਂ 256 ਦੇ ਥੱਲੇ ਆ ਖਾਲਿਦ ਜੀ ਨੂੰ ਮੈਂ ਹੁਣੇ ਪੁੱਛ ਲਾਂ ਤੇ ਪ੍ਰੋਗਰਾਮ ਖਤਮ ਹੋ ਜਾਣਾ, ਲਾਈਨ ਲੱਗ ਜਾਣੀ ਸਰਕਾਰਾਂ ਦੀ ਜਿਹੜੀਆਂ 256 ਕਰ ਕਰਕੇ ਸੁੱਟੀਆਂ ਗਈਆਂ। ਬਿਲਕੁਲ ਐਸੀ ਮੈਜੋਰਿਟੀ ਗਵਰਨਮੈਂਟਸ ਪਹਿਲਾਂ ਵੀ ਆਈਆਂ ਨੇ ਜਿਨ੍ਹਾਂ ਨੂੰ ਕੁਐਸਚਨ ਕਰਨ ਵਾਲਾ ਕੋਈ ਨਹੀਂ ਸੀ, ਲੇਕਿਨ ਉਸ ਤੋਂ ਬੜੀ ਜਲਦੀ ਬਾਅਦ ਜਿਹੜਾ ਹੈਗਾ ਉਹ ਉਹਨਾਂ ਦਾ ਉਹ ਜਿਹੜਾ ਮੈਜੋਰਿਟੀ ਪੁਣਾ ਹੈਗਾ ਉਹ ਟੈਟਰੀ ਹੋਇਆ। ਦਾ ਫਲਾਜ਼ ਆਈ ਐਮ ਸੇਇੰਗ ਕਿ ਕੀ ਡੈਮੋਕ੍ਰੇਸੀ ਨੂੰ ਖਤਰਾ ਆ ਗਿਆ? ਯੈਸ ਮੈਂ ਐਗਜ਼ੈਕਟਲੀ ਇਹੀ ਕਹਿ ਰਿਹਾ ਕਿ ਇੱਕ ਪਰਟੀਕੁਲਰ ਟਰਨ ਤੁਸੀਂ ਜਿਸ ਨੂੰ ਕਹਿ ਰਹੇ ਹੋ ਬੇਈਮਾਨੀ ਹੋਈ ਸੀ ਡੈਮੋਕ੍ਰੇਸੀ ਨੂੰ ਖਤਰਾ ਨਜ਼ਰੀਆ, ਮੈਂ ਕਹਿ ਰਿਹਾ ਕਿ ਨਜ਼ਰੀਆ ਨਹੀਂ ਹੈ। ਇਹ ਜਿਹੜਾ ਫੈਸਿਜ਼ਮ ਹੈ ਇੱਕ ਪਰਟੀਕੁਲਰ ਫਾਰਮ ਆਫ ਗਵਰਨਮੈਂਟ ਹੈ ਜਿਹੜੀ ਬਹੁਤ ਸਾਰੇ ਲੋਕਾਂ ਨੂੰ ਐਕਚੁਅਲੀ ਲੈਜੀਟੀਮੇਟ ਲੱਗਦੀ ਹੈ। ਤੁਹਾਨੂੰ ਹਿੰਦੁਸਤਾਨ ਦੇ ਵਿੱਚ ਅੱਜ ਵੀ ਐਸੇ ਲੋਕ, ਕਾਮਨ ਲੋਕਾਂ ਦੇ ਵਿੱਚ ਜਿਨ੍ਹਾਂ ਦਾ ਆਪਣਾ ਕੋਈ ਮਤਲਬ ਇੰਟਰਸਟ ਨਹੀਂ ਹੈ ਰਾਜ ਕਰਨਾ, ਉਹਨਾਂ ਚੋਂ ਮਿਲ ਜਾਣਗੇ ਜਿਹੜੇ ਇਹ ਕਹਿ ਰਹੇ ਹੋਣਗੇ ਕਿ ਸਾਨੂੰ ਡਿਕਟੇਟਰਸ਼ਿਪ ਦੀ ਲੋੜ ਹੈ। ਮੈਂ ਸਿਰਫ ਜਿਹੜਾ ਕੁਝ ਸਾਹਮਣੇ ਹੋ ਰਿਹਾ ਹੈ, ਜਿਹੜੇ ਛਾਪੇ ਪੈ ਰਹੇ ਨੇ, ਕੇਵਲ ਉਹਨਾਂ ਦੀ ਗੱਲ ਕਰਨੀ। ਮੈਂ ਬ੍ਰੇਕ ਲਈ ਰੁਕਣਾ ਜੀ, ਇਹ ਫਾਸਿਜ਼ਮ ਤੋਂ ਬਚਣਾ। ਮੈਂ ਤੁਸੀਂ ਜਾਣਨਾ ਪਰ ਮੈਨੂੰ ਲੱਗਦਾ ਹੈ ਏਪੀਜੇ ਅਬਦੁਲ ਕਲਾਮ ਮੈਨੂੰ ਲੱਗਦਾ ਉਸ ਨੂੰ ਸਮਝੇ ਬਿਨਾ, ਮੈਨੂੰ ਲੱਗਦਾ ਉਸ ਟਰਮ ਨੂੰ ਫਾਸਿਜ਼ਮ ਦਾ ਨਾਮ ਦਿੱਤੇ ਬਿਨਾ ਅਸੀਂ ਡਿਫਰੈਂਸ ਦੇਖ ਹੀ ਨਹੀਂ ਪਾਵਾਂਗੇ। ਮੈਂ ਉਸ ਸੜਕ ਤੇ ਜਾਣਾ ਹੀ ਨਹੀਂ। ਮੈਂ ਤਾਂ ਸੈਂਟਰਲ ਵਿਸਟਾ ਬਹੁਤ ਅੱਛਾ ਲੱਗਦਾ ਜੀ, ਏਪੀਜੇ ਅਬਦੁਲ ਕਲਾਮ ਰੋਡ ਤੇ ਜਾ ਕੇ ਆਪਾਂ ਸੈਂਟਰਲ ਵਿਸਟਾ ਨੂੰ ਦੇਖ ਲਾਂਗੇ ਵੀ ਸੈਂਟਰਲ ਵਿਸਟਾ ਹੀ ਅਚਾਨਕ ਕਿਉਂ ਰੱਖਣਾ। ਵੰਸ ਵੀ ਮੀਟ ਆਫਟਰ ਦਿਸ ਬ੍ਰੇਕ। ਮੈਂ ਡਿਬੇਟ ਇਹ ब्रेक तो बाद फिर स्वागत है जी। चर्चा कर रहे हैं एनफोर्समेंट डायरैक्टोरेट, CBI, नारकोटिक्स ब्यूरो ते पार्लीमेंट, जुडिशरी, मीडिया किस किस्म के नाल साडे अदारे चल रहे ने ते की साडी डेमोक्रेसी नूं सचमुच कोई नवा खतरा आन पिया है इस मोदी राज दे विच जिहड़ा शायद पहला नहीं सी। ਪਹਿਲਾਂ ਜੋ ਕੁਝ ਇਹਦੇ ਵਿੱਚ ਖਰਾਬ ਚੱਲ ਰਿਹਾ ਸੀ ਇਹਨਾਂ ਅਦਾਰਿਆਂ ਦੇ ਵਿੱਚ, ਉਹਦੇ ਨਾਲ ਤਾਂ ਸਿਰਫ ਅਦਾਰਿਆਂ ਵਿੱਚ ਹੀ ਕੁਝ ਮੁਸ਼ਕਲਾਂ ਸਨ। ਕੀ ਰਾਹੁਲ ਗਾਂਧੀ, ਕਾਂਗਰਸ ਜਾਂ ਆਪੋਜੀਸ਼ਨ ਖਤਰਿਆਂ ਨੂੰ ਵਧਾ ਚੜਾ ਕੇ ਪੇਸ਼ ਕਰ ਰਹੀ ਹੈ? ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਅਤੇ ਕਮਲਜੀਤ ਜੀ। ਮੁਹੰਮਦ ਖਾਲਿਦ ਜੀ, ਇੱਕ ਜਿਹੜਾ ਉਹਨਾਂ ਨੇ ਐਵਰੇਜ ਮੈਂ ਕੈਲਕੂਲੇਟ ਕਰ ਰਿਹਾ ਸੀ ਕਿ ਜਿਹੜਾ ਸਿੰਗਲ MP ਹੈ ਉਹ ਲਗਭਗ 16.5 ਲੱਖ ਸਿਟੀਜ਼ਨਸ ਦੀ ਰਿਪਰੈਜ਼ੈਂਟੇਸ਼ਨ ਕਰਦਾ। ਸੋ 23 MP ਇਹਨਾਂ ਨੇ ਕੱਢ ਦਿੱਤੇ ਰਾਜ ਸਭਾ ਦੇ, 4 ਕੱਢ ਦਿੱਤੇ ਲੋਕ ਸਭਾ ਦੇ।
ਇਹ ਮਿਲਾ ਕੇ ਲਗਭਗ 4.5 ਕਰੋੜ ਹਿੰਦੁਸਤਾਨੀ ਜਿਹੜੇ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਪਾਰਲੀਮੈਂਟ ਦੇ ਵਿੱਚੋਂ ਗਾਇਬ ਹੋ ਜਾਂਦੀ। ਇਹ ਇੱਕ ਤਰੀਕਾ ਪੜਨ ਦਾ। ਦੂਸਰਾ ਤਰੀਕਾ ਇਹ ਹੈ ਕਿ ਕੀ ਮੁਹੱਜ਼ਬ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਇਹ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਜਿਹੜੇ ਵਿਰੋਧੀ ਪਾਰਟੀਆਂ ਪੇਸ਼ ਕਰ ਰਹੀਆਂ ਨੇ? ਕਿ ਵਿਰੋਧ ਦਾ ਤਰੀਕਾ ਇਹ ਹੁੰਦਾ ਕਿ ਤਖਤੀਆਂ ਲੈ ਕੇ ਆ ਜਾਓ? ਦੋਨੋਂ ਤਰ੍ਹਾਂ ਆਪਣਾ ਆਪਣਾ ਆਰਗੂਮੈਂਟ ਪੇਸ਼ ਕਰਦੀਆਂ ਨੇ। ਲੋਕਾਂ ਨੂੰ ਇਸ ਵੇਲੇ ਇੱਕ ਧਿਰ ਦਾ ਆਰਗੂਮੈਂਟ ਪਸੰਦ ਆ ਰਿਹਾ। ਤੁਹਾਨੂੰ ਇਸ ਗੱਲ ਦੇ ਨਾਲ ਵੀ ਕੋਈ ਮੁਖਾਲਫਤ ਹੈ ਕਿ ਨਰਿੰਦਰ ਮੋਦੀ ਅਤੇ ਭਾਜਪਾ ਪੋਪੂਲਰ ਜਿਹੜੀ ਸੈਂਟੀਮੈਂਟ ਹੈ ਉਹ ਉਹਨਾਂ ਦੇ ਨਾਲ ਰੈਜ਼ੋਨੇਟ ਕਰ ਰਿਹਾ? ਤੁਸੀਂ ਚਾਹੇ ਸੋਸ਼ਲ ਮੀਡੀਆ ਤੇ ਦੇਖੋ, ਚਾਹੇ ਗਲੀਆਂ ਬਾਜ਼ਾਰਾਂ ਦੇ ਵਿੱਚ ਦੇਖੋ, ਜੇ ਆਪੋਜੀਸ਼ਨ ਦਾ ਕੋਈ ਜਲਸਾ ਥੋੜਾ ਬਹੁਤ ਪ੍ਰਭਾਵਸ਼ਾਲੀ ਜੰਤਰ ਮੰਤਰ ਤੇ ਹੋ ਜਾਵੇ ਤੇ 4 ਬੰਦੇ ਇਕੱਠੇ ਹੋ ਜਾਣ ਤੇ ਉਹਦੇ ਵਿੱਚੋਂ ਹੀ ਥੋੜਾ ਜਿਹਾ ਦੁਬਾਰਾ ਵਿਸ਼ਵਾਸ ਮੁੜਨ ਲੱਗਦਾ ਹੈ ਕਿ ਦੇਖੋ ਜੀ ਇੱਕ ਡੈਮੋਕ੍ਰੈਟਿਕ ਜਲਸਾ ਹੋ ਗਿਆ। ਬਾਕੀ ਦਾ ਸਾਰਾ ਜਿਹੜਾ ਉਹ ਡੈਮੋਕ੍ਰੇਸੀ ਨੂੰ ਖਤਰਾ ਜਾਪਣ ਲੱਗ ਜਾਂਦਾ। ਆਰ ਯੂ ਓਵਰ ਰੀਡਿੰਗ? ਦੇਖੋ, ਦੋ ਚੀਜ਼ਾਂ ਹੈ। ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਜਿਹੜੀ ਪਹਿਲਾਂ ਗੱਲ ਚੱਲ ਰਹੀ ਹੈ, ਮੈਂ ਉਹਦੇ 'ਚ ਇੱਕ ਜਵਾਬ ਦੇ ਦਿਆਂ ਜੀ। ਜਿਹੜੀਆਂ ਈਡੀ ਦੇ ਰੇਡਸ ਹੈ ਉਹਨਾਂ ਨੂੰ ਆਪਾਂ ਦੋ ਤਰੀਕੇ ਨਾਲ ਦੇਖ ਸਕਦੇ ਹਾਂ। ਇੱਕ ਤਾਂ ਹੈਗਾ ਜਿਹੜੇ ਪੋਲੀਟੀਸ਼ੀਅਨਸ ਵਗੈਰਾ ਹੈਗੇ ਆ, ਔਰ ਦੂਸਰੇ ਐਸੇ ਵੀ ਹੈ ਜਿਹੜੇ ਕਿ ਆਪਾਂ ਕਹਿੰਦੇ ਆ ਨਿਊਟਰਲ ਹੈ। ਫੋਰ ਐਗਜ਼ਾਮਪਲ ਯੈਸ ਬੈਂਕ ਦੀ ਐਗਜ਼ਾਮਪਲ ਲਾ ਲਓ ਤੁਸੀਂ, ਜਾਂ ਇੱਕ ਆਈਏਐਸ ਜਿਹੜੀ ਸੀਗੀ ਉਹ ਸਹਿਗਲ ਉਹਨੂੰ ਹੋ ਗਿਆ ਉੱਥੇ ਬਿਲਕੁਲ ਸਵਾਮੀ ਮਿਲ ਗਿਆ ਹਿਮਾਲਿਆ ਉੱਥੇ। ਹਾਂ, ਉੱਥੇ ਬਿਲਕੁਲ ਠੀਕ ਹੈ। ਜਾਂ ਪਾਰਥਾ ਚੈਟਰਜੀ ਲਾ ਲਓ ਜੀ, ਉਹ ਇੱਕ ਚੀਜ਼ ਹੈ। ਲੇਕਿਨ ਆਪਾਂ ਨੂੰ ਇਹ ਵੀ ਦੇਖਣਾ ਪਏਗਾ ਕਿ ਜਿਹੜੇ ਰੇਡਸ ਹੁੰਦੇ ਆ ਪੋਲੀਟੀਸ਼ੀਅਨਸ ਦੇ ਉੱਪਰ, ਉਹਨਾਂ ਦਾ ਕਨਵਿਕਸ਼ਨ ਰੇਟ ਕਿੰਨਾ ਹੈ, ਕਿਆ ਹੈ ਵੀ ਜਾਂ ਨਹੀਂ ਹੈ, ਜਾਂ ਸਿਰਫ ਹੈਰਾਸਮੈਂਟ ਹੈ। ਇਹ ਆਖਰੀ ਲਿਟਮਸ ਟੈਸਟ ਨਹੀਂ ਹੈ ਨਾ। ਸਾਡੇ ਦੇਸ਼ ਦੇ ਵਿੱਚ ਬਹੁਤ ਕਸੂਰਵਾਰ ਬਚ ਜਾਂਦੇ ਨੇ। ਹੁਣ ਮੈਂ ਤੁਹਾਡੀ ਗੱਲ ਤੇ ਜਿਹੜੀ ਕਰ ਰਿਹਾ, ਜਿਹੜੇ 27 ਬੰਦੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚੋਂ ਉਹਨਾਂ ਨੂੰ ਕੀਤਾ, ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਪਾਵਰ ਦੇ ਵਿੱਚ ਹੈ ਉਹ ਆਪਣੀ ਮੈਜੋਰਿਟੀ ਜਾਂ ਤਾਂ ਆਰਕੈਸਟ੍ਰੇਟ ਕਰਦੀਆਂ ਜੀ। ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ ਆਪਾਂ ਦੇਖਿਆ ਜੋ ਡਰਾਮਾ ਚੱਲ ਰਿਹਾ ਜੀ। ਕਈ ਜਗ੍ਹਾ ਤੇ ਆਪਾਂ ਨੇ ਦੇਖਿਆ ਜਿੱਥੇ ਕਿਤੇ ਮੈਜੋਰਿਟੀ ਤੇ ਆਪੋਜੀਸ਼ਨ ਜਿਹੜੀ ਹੈਗੀਆਂ ਉਹਨਾਂ ਦੇ ਵਿੱਚ ਗੈਪ ਘੱਟ ਹੈ, ਉੱਥੇ ਕਿਸੇ ਨੂੰ ਸਸਪੈਂਡ ਕਰਤਾ, ਕਿਸੇ ਨੂੰ ਭਜਾਤਾ, ਮਤਲਬ 2 ਦਿਨਾਂ ਵਾਸਤੇ ਕੱਢਤਾ, 4 ਦਿਨਾਂ ਵਾਸਤੇ। ਉਹਦੇ ਨਾਲ ਮੇਰਾ ਦਿਲ ਦੁਖਦਾ ਥੋੜਾ ਜਿਹਾ ਕੰਪੈਰੀਜ਼ਨ ਕਰਨ ਲੱਗਿਆ। ਜੋ ਪਾਕਿਸਤਾਨ ਦੇ ਵਿੱਚ ਹੋ ਰਿਹਾ ਕਿ ਉਹੀ ਨਹੀਂ ਹੋ ਰਿਹਾ, ਕਿ ਰਾਈਟ ਨਾਓ ਪਾਕਿਸਤਾਨ ਦੇ ਵਿੱਚ ਇਹੀ ਨਹੀਂ ਹੋ ਰਿਹਾ ਕਿ ਤੁਸੀਂ ਮੈਜੋਰਿਟੀ ਥੋੜੀ ਜਿਹੀ ਇੱਧਰ ਕਰ ਦਿਓ, ਥੋੜੀ ਜਿਹੀ ਉੱਧਰ ਕਰ ਦਿਓ। ਪਾਕਿਸਤਾਨ ਦੇ ਵਿੱਚ ਕਦੀ ਇੱਕ ਸਰਕਾਰ ਗਿਰ ਜਾਂਦੀ ਹੈ ਤੇ ਸ਼ਾਹਬਾਜ਼ ਸ਼ਰੀਫ ਆ ਜਾਂਦੇ ਨੇ, ਕਦੀ ਹਮਜ਼ਾ ਸ਼ਰੀਫ ਦੀ ਗਿਰ ਜਾਂਦੀ ਹੈ ਤੇ ਪਰਵੇਜ਼ ਇਲਾਹੀ ਆ ਜਾਂਦਾ। ਪਾਕਿਸਤਾਨ ਦੇ ਵਿੱਚ ਵੀ ਇਹੀ ਹੋਇਆ। 12 ਬੰਦਿਆਂ ਨੂੰ ਉਹ ਕਹਿੰਦੇ ਤੁਸੀਂ ਵੋਟ ਨਹੀਂ ਪਾ ਸਕਦੇ। ਬਿਲਕੁਲ। ਉਹਦੇ ਨਾਲ ਉਹ ਮੈਜੋਰਿਟੀ ਮਾਈਨੋਰਿਟੀ 'ਚ ਬਦਲ ਗਈ, ਮਾਈਨੋਰਿਟੀ ਮੈਜੋਰਿਟੀ 'ਚ ਬਦਲ ਗਈ ਜੀ। ਇਸੇ ਤਰੀਕੇ ਦੇ ਨਾਲ ਇੱਥੇ ਵੀ ਹੁੰਦਾ ਹੈ। ਔਰ ਇਸੇ ਕਰਕੇ ਜਿਹੜੀਆਂ ਵਰਲਡ ਦੀਆਂ ਏਜੰਸੀਜ਼ ਹੈ ਜਾਂ ਜਿਹੜਾ ਉਹ ਇਹ ਕਹਿ ਰਹੇ ਹਨ, ਹੋਰ ਦਿਲ ਤਾਂ ਨਹੀਂ ਦੁਖੇਗਾ ਜੇ ਮੈਂ ਪਾਕਿਸਤਾਨ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਨਾਮ ਲੈ ਦਵਾਂ ਕਿ ਉਹਨਾਂ ਦਾ ਜਿਹੜਾ ਨੈਬ ਹੈ, ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਹੈ, ਉਹ ਕੀ ਕੇਸਿਸ ਬਣਾਉਂਦਾ ਕਿ ਉਹਨਾਂ ਨੂੰ ਇੱਕ ਪਾਰਟੀ ਦੇ ਅਗੇਂਸਟ ਪਹਿਲਾਂ ਛੱਡ ਦਿੱਤਾ ਜਾਂਦਾ ਤੇ ਉਹਨਾਂ ਦੇ ਬੰਦੇ ਫੜ ਕੇ ਅੰਦਰ ਕਰ ਦਿੰਦੇ ਨੇ, ਜ਼ਮਾਨਤਾਂ ਨਹੀਂ ਹੁੰਦੀਆਂ 6-6 ਮਹੀਨੇ। ਜਾਂ ਉਹਨਾਂ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਹੈ ਉਹ ਇਸ ਵੇਲੇ ਕੀ ਕਰ ਰਿਹਾ, ਸਾਡੇ ਵੀ ਉਹੀ ਕਰ ਰਿਹਾ। ਇਹ ਫਲਾਡ ਡੈਮੋਕ੍ਰੇਸੀਜ਼ ਦੇ ਵਿੱਚ ਮੈਂ ਇਹ ਕਹਿ ਰਿਹਾ ਇਹ ਸਭ ਹੁੰਦਾ ਰਹਿੰਦਾ। ਸਾਊਥ ਏਸ਼ੀਆ ਨੇ ਬਾਰ-ਬਾਰ ਦੇਖਿਆ, ਪਾਕਿਸਤਾਨ ਔਰ ਇੰਡੀਆ ਦੇ ਲੋਕਾਂ ਦੀ ਸੋਚ ਇੱਕੋ ਜਿਹੀ ਹੈ, ਉਹਨਾਂ ਦੀ ਸੋਚ ਸਾਡੀ ਇੱਕੋ ਜਿਹੀ ਹੈ। ਸਾਨੂੰ ਪਤਾ ਹੈ ਵੀ ਕਿਵੇਂ ਕਰਨਾ ਹੈ, ਸੋਚ ਇੱਕੋ ਜਿਹੀ। ਹਾਂ ਬਿਲਕੁਲ, ਉਹ ਵੀ ਉਸੇ ਤਰੀਕੇ ਦੇ ਨਾਲ ਕਰ ਰਹੇ ਆ। ਜਾਣਾ ਏਪੀਜੇ ਅਬਦੁਲ ਕਲਾਮ ਰੋਡ, ਉਹ ਵੀ ਇਸੇ ਤਰੀਕੇ ਦੇ ਨਾਲ ਕਰ ਰਹੇ ਆ। ਤੇ ਇਹੀ ਆਪਾਂ ਦੇਖਦੇ ਹਾਂ ਕਿ ਮੈਜੋਰਿਟੀ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਦੇ ਨਾਲ ਆਪਣੀ ਸੱਤਾ ਦਾ, ਆਪਣੀ ਪਾਵਰ ਦਾ, ਆਪਣੀ ਮੈਜੋਰਿਟੀ ਦਾ ਮੈਜੋਰਿਟੇਰੀਅਨ ਢੰਗ ਦੇ ਨਾਲ ਮਿਸਯੂਜ਼ ਕਰਦੀ ਹੈ ਔਰ ਉਹਨੂੰ ਇਸਤੇਮਾਲ ਮੈਜੋਰਿਟੇਰੀਅਨ ਢੰਗ ਨਾਲ ਮਿਸਯੂਜ਼ ਹੈ ਜੀ। ਦਿੱਲੀ ਦੇ ਹੈਲਥ ਮਿਨਿਸਟਰ ਸਤੇਂਦਰਾ ਜੈਨ ਜਿਸ ਤਰ੍ਹਾਂ ਦਾ ਕੇਸ ਹੈ, ਚਿਦੰਬਰਮ ਰਨ ਲੋ, ਉਹਨਾਂ ਦੇ ਬੇਟੇ ਦਾ ਕ੍ਰਾਂਤੀ ਚਿਦੰਬਰਮ ਰਨ ਦਾ ਜਿਸ ਕਿਸਮ ਦਾ ਕੀ ਨਾ ਕਾਰਤੀ ਚਿਦੰਬਰਮ, ਜਿਸ ਕਿਸਮ ਦਾ ਉਹਨਾਂ ਦਾ ਕੇਸ ਹੈ, ਅਹਿਮਦ ਪਟੇਲ ਦੇ ਉੱਤੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਜਿਹੜਾ ਲੈਂਸ ਜਿਸ ਤਰੀਕੇ ਨਾਲ ਆਇਆ, ਜੋ ਤੱਥ ਉਹਦੇ ਚੋਂ ਸਾਹਮਣੇ ਆਏ ਨੇ। ਭੁਪਿੰਦਰ ਸਿੰਘ ਹੁਡਾਰਾਂ ਦਾ ਕੇਸ ਸੀਗਾ, ਗੁੜਗਾਉਂ ਦਾ ਜਿਹੜੀਆਂ ਸਾਰੀਆਂ ਲੈਂਡ ਡੀਲ ਸੀਗੀਆਂ ਉਹਦੀ ਮਨੀ ਲਾਂਡਰਿੰਗ ਦਾ ਕੇਸ ਆ ਬਕਾਇਦਾ ਰੀਅਲ ਏਸਟੇਟ ਦੇ ਵਾਲੇ 'ਚ। ਕਰਨਾਟਕਾ ਦੇ ਜਿਹੜੇ ਕਾਂਗਰਸ ਦੇ ਸਟਰੋਂਗਮੈਨ ਹੈ ਸ਼ਿਵ ਕੁਮਾਰ, ਇਹਨਾਂ ਦੇ ਜਿਸ ਕਿਸਮ ਦੇ ਕੇਸਿਸ ਨੇ, ਤੇ ਉਹ ਜਨਤਾ ਦਲ ਕੁਮਾਰਾਸਵਾਮੀ ਹਰਾਂਦਾ, ਐਚਡੀ ਕੁਮਾਰਾਸਵਾਮੀ ਹਰਾਂਦਾ ਜਿਹੜਾ ਕੇਸ ਹੈ, ਉਹ ਤੇ ਕਹਿ ਰਹੇ ਸੀਗੇ, ਉਹ ਖੁੱਲ ਗਿਆ ਕਿ ਮੈਨੂੰ ਤੇ ਜੀ ਤਾਂ ਫੜ ਰਹੇ ਨੇ ਕਿਉਂਕਿ ਮੈਂ ਕਾਂਗਰਸ ਨਾਲ ਰਲ ਕੇ ਸਰਕਾਰ ਬਣਾਉਣੀ ਚਾਹ ਰਿਹਾ ਸੀਗਾ, ਇਸ ਕਰਕੇ ਮੈਨੂੰ ਰੋਕ ਰਹੇ ਸੀ। ਕੈਪਟਨ ਅਮਰਿੰਦਰ ਸਿੰਘ ਦਾ ਨਾਮ ਕਾਹਨੂੰ ਭੁੱਲਣਾ, ਉਹ ਤੇ ਪਹਿਲਾਂ ਕਦੀ ਮਤਲਬ ਬਾਦਲਾਂ ਨੂੰ ਫੜਨ ਤੇ ਪਹਿਲਾਂ ਸਰਕਾਰ ਦਾ ਅੱਧਾ ਟੈਨਿਓਰ ਉਹਦੇ ਤੇ ਲਾ ਦਿੱਤਾ ਇਹਨਾਂ ਰਵੀ ਸਿੱਧੂ ਦਾ ਰੌਲਾ ਪਾ ਕੇ ਤੇ ਇਮਾਨਦਾਰੀ ਦਾ, ਤੇ ਬਾਕੀ ਦਾ ਜੋ ਸਰਕਾਰ ਦੇ ਵਿੱਚੋਂ ਨਿਕਲਿਆ ਅੱਜ ਦੀ ਡੇਟ ਦੇ ਵਿੱਚ ਤੇ ਕੀ ਉਹਨਾਂ ਦੀ ਰੈਲੇਵੈਂਸ ਬਚੀ ਹੈ, ਯੂ ਕੈਨ ਵੈਲ ਸੀ। ਸੋ ਇਹ ਵਾਟ ਆਈ ਐਮ ਸੇਇੰਗ ਇਜ਼ ਕਿ ਇਹ ਫਲੈਟ ਡੈਮੋਕ੍ਰੇਸੀ ਦਾ ਇੱਕ ਵਰਤਾਰਾ ਹੈ, ਉਹਦੇ ਨਾਲ ਨਾਲ ਇੱਕ ਇੰਸਟੀਟਿਊਸ਼ਨਲ ਬਿਲਡਿੰਗ ਲਗਾਤਾਰ ਹੁੰਦੀ ਰਹਿੰਦੀ ਹੈ, ਉਸੇ ਨੂੰ ਰੋਕਿਆ ਗਿਆ ਹੈ।
ਜਿਹੜਾ ਮੈਂ ਜਿਸ ਦੇ ਉੱਤੇ ਜ਼ੋਰ ਦੇਣਾ ਮਤਲਬ ਚਾਹ ਰਿਹਾ, ਜਿਸ ਤੋਂ ਮੈਨੂੰ ਲੱਗਦਾ ਤੁਸੀਂ ਜਿਵੇਂ ਹੁਣੇ ਕਿਹਾ ਕਿ ਆਪਾਂ ਡਿਬੇਟ ਨੂੰ ਰੱਖਣਾ ਹੀ ਇੱਥੇ ਹੈ ਕਿ ਉਹ ਕੀ ਪ੍ਰੋਬਲਮਸ ਕੀ ਨੇ। ਮੈਂ ਕਹਿ ਰਿਹਾ ਕਿ ਉਹ ਪ੍ਰੋਬਲਮਸ ਹੋ ਸਕਦਾ ਹੈ ਈਡੀ ਦੇ ਤੁਹਾਡੇ ਆਫੀਸਰਸ ਖੁਦ ਜ਼ਿਆਦਾ ਗਿਣਵਾ ਦੇਣ ਵੀ ਸਾਨੂੰ ਕੀ ਪ੍ਰੋਬਲਮਸ ਆ ਰਹੀਆਂ ਨੇ, ਕਿਉਂ ਨਹੀਂ ਅਸੀਂ ਕਰ ਪਾ ਰਹੇ ਮੇ ਬੀ। ਲੇਕਿਨ ਅਸੀਂ ਜਿਸ ਗੱਲ ਦੀ ਚਰਚਾ ਇੱਥੇ ਕਰ ਰਹੇ ਹਾਂ, ਮੈਨੂੰ ਲੱਗਦਾ ਉਸ ਗੱਲ ਨੂੰ ਸਮਝਿਆ ਹੀ ਨਹੀਂ ਜਾ ਪਾਏਗਾ ਜਦ ਤੱਕ ਅਸੀਂ ਇਹ ਨਹੀਂ ਸਮਝ ਪਾਵਾਂਗੇ ਕਿ ਇਟ ਇਜ਼ ਅ ਡਿਫਰੈਂਟ ਟਾਈਪ ਆਫ ਚੇਂਜ। ਜਦ ਤੱਕ ਅਸੀਂ ਇਸ ਗੱਲ ਦੇ ਉੱਤੇ ਨਹੀਂ ਪਹੁੰਚ ਪਾਵਾਂਗੇ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਡਿਫਰੈਂਟ ਟਾਈਪ ਆਫ ਚੇਂਜ ਇਨ ਦਾ ਨੇਚਰ ਆਫ ਦਾ ਰਜੀਮ। ਯਾ ਮੈਂ ਕਹਿਣਾ ਚਾਹੁੰਦਾ ਦਿਸ਼ਾ, ਆਈਡੀਓਲੋਜੀਕਲ ਦਿਸ਼ਾ ਹੀ ਰਜੀਮ ਦੀ ਜਿਹੜੀ ਹੈਗੀ ਹੈ ਉਹ ਇੱਕ ਨਵੀਂ ਹੈ। ਇਟਸ ਨਾਟ ਸਿੰਪਲੀ ਜਿਹੜੀ ਨਹਿਰੂ ਤੋਂ ਗੋਲੀ ਮਾਰੋ ਰਜੀਮ ਨੂੰ ਮੈਂ ਕਹਿੰਦਾ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਵਿਰੋਧੀ ਪਾਰਟੀਆਂ ਨੇ ਜੀ, ਜਿਹੜੀ ਆਪੋਜੀਸ਼ਨ ਹੈ ਦੇਸ਼ ਦੀ, ਉਹ ਕੀ ਅਪੋਜ਼ ਕਰ ਰਹੀ ਹੈ, ਉਹਦੀ ਸਿਆਸਤ ਕੀ ਹੈ, ਉਹਨੂੰ ਮੈਂ ਲੜਦਿਆਂ ਕਿੱਥੇ ਦੇਖਦੇ ਹਾਂ। ਮੈਂ ਇਹ ਕਹਿੰਦਾ ਮਤਲਬ ਸੋਨੀਆ ਗਾਂਧੀ ਦੇ ਚਰਨ ਪਵਾ ਦਿੱਤੇ ਉੱਥੇ ਈਡੀ ਨੇ, ਏਪੀਜੇ ਅਬਦੁਲ ਕਲਾਮ ਤੇ ਤਾਂ ਕਰਕੇ ਜੰਤਰ ਮੰਤਰ ਤੇ ਇਕੱਠੇ ਹੋ ਗਏ। ਅਦਰਵਾਈਜ਼ ਆਪਾਂ ਕੀ ਲੜ ਰਹੇ ਹਾਂ? ਜੇ ਆਪਾਂ ਚੀਜ਼ਾਂ ਦੀ ਔਨ ਮੈਰਿਟਸ ਔਨ ਦਾ ਫੇਸ ਆਫ ਇਟ ਦੇਖਣਾ ਸ਼ੁਰੂ ਕਰਾਂਗੇ, ਫਿਰ ਤੇ ਸਾਨੂੰ ਸਿਰਫ ਇੰਨਾ ਹੀ ਦੇਖਣਾ ਪਏਗਾ ਨਾ ਕਿ ਕੱਲ ਰਾਹੁਲ ਸੋਨੀਆ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਜਿਸ ਗੱਲ ਦੇ ਉੱਤੇ ਝਗੜ ਰਹੇ ਸੀ ਉਹ ਬਿਲਕੁਲ ਜੈਨੂਇਨ ਹੀ ਹੈ ਕਿ ਪ੍ਰਾਈਸ ਰਾਈਜ਼ ਹੋ ਰਿਹਾ ਦੇਸ਼ ਦੇ ਵਿੱਚ। ਲੇਕਿਨ ਅੱਜ ਆਪਾਂ ਲੋਕੀ ਉਸ ਨੂੰ ਕਿਵੇਂ ਦੇਖ ਰਹੇ ਨੇ? ਉਹ ਇਸ ਰੂਪ ਦੇ ਕਿਉਂਕਿ ਉਹਨਾਂ ਦੇ ਉੱਤੇ ਈਡੀ ਦੀ ਰੇਡ ਹੁੰਦੀ ਹੈ, ਇਸ ਕਰਕੇ ਉਹ ਰੌਲਾ ਪਾ ਰਹੇ ਨੇ। ਐਬਸੋਲੂਟਲੀ। ਸੋ ਇਹ ਜਿਹੜਾ ਦੇਖਣ ਦਾ ਹੁਣ ਨਵਾਂ ਨਜ਼ਰੀਆ ਬਣ ਗਿਆ, ਇਹਦੇ ਵਿੱਚ ਜਿਹੜੀ ਚੀਜ਼ ਇੱਕ ਵੱਡੀ ਸ਼ਾਮਲ ਹੈ, ਜਿਹੜੀ ਚਿੰਤਾ ਦਾ ਵਿਸ਼ਾ, ਜਿਹੜੀ ਮੈਂ ਕਹਿ ਰਿਹਾ ਕਿ ਨਿਊ ਹੈ, ਉਹ ਇਹ ਹੈ ਕਿ ਰਿਜੀਮਸ ਰੌਲਾ ਕਰਦੇ ਹੁੰਦੇ ਸੀਗੇ, ਪਹਿਲਾਂ ਵੀ ਕਰਦੇ ਹੁੰਦੇ ਸੀਗੇ, ਲੋਕ ਉਹਨਾਂ ਦਾ ਵਿਰੋਧ ਕਰਦੇ ਹੁੰਦੇ ਸੀ। 1 ਰੁਪਈਆ ਪੈਟਰੋਲ ਦੀ ਕੀਮਤ ਵੱਧਦੀ ਹੁੰਦੀ ਸੀ, ਲੋਕ ਸੜਕਾਂ ਦੇ ਉੱਤੇ ਆਉਂਦੇ ਹੁੰਦੇ ਸੀਗੇ, ਹੁਣ ਨਹੀਂ ਆਉਂਦੇ। ਇਹੀ ਪਾਰਟੀ ਜਿਹੜੀ ਅੱਜ ਸੱਤਾ ਦੇ ਵਿੱਚ ਹੈ, ਉਹ ਇਹ ਕਹਿ ਕੇ ਆਈ ਕਿ ਦੇਖੋ ਜੀ ਡਾਲਰ ਕਿੰਨਾ, ਮਤਲਬ ਰੁਪਏ ਦੇ ਮੁਕਾਬਲੇ ਡਾਲਰ ਕਿੰਨਾ ਵੱਧਦਾ ਚਲਾ ਜਾ ਰਿਹਾ, ਰੁਪਇਆ ਦੀ ਡੀਵੈਲਿਊਏਸ਼ਨ ਹੋ ਰਹੀ ਹੈ। ਤੇ ਉਸੇ ਪਾਰਟੀ ਦੀ ਨਿਰਮਲਾ ਜੀ ਜਿਹੜੀ ਹੈ ਉਹ ਬਿਆਨ ਦਿੰਦੇ ਨੇ ਕਿ ਰੂਪੀ ਇਜ਼ ਫਾਈਂਡਿੰਗ ਇਟਸ ਓਨ ਕੋਰਸ। ਰੁਪਈਆ ਤਾਂ ਆਪਦਾ ਰਸਤਾ ਖੁਦ ਤਲਾਸ਼ ਰਿਹਾ, ਰੁਪਈਆ ਡਿੱਗ ਨਹੀਂ ਰਿਹਾ। ਤੁਹਾਨੂੰ ਐਵੇਂ ਲੱਗ ਰਿਹਾ ਰੁਪਈਆ ਡਿੱਗ ਰਿਹਾ। ਸੋ ਇਹ ਜਿਹੜੀ ਨਵੀਂ ਚੀਜ਼ ਹੈ ਕਿ ਲੋਕਾਂ ਨੂੰ ਆਪਣੇ ਖਿਲਾਫ ਹੁੰਦੇ ਹਮਲਿਆਂ ਦੇ ਵੀ ਹੱਕ ਦੇ ਵਿੱਚ ਖੜੇ ਹੋ ਜਾਣ ਲਈ ਤਿਆਰ ਕਰ ਲੈਣਾ, ਕਿਸ ਨਾਮ ਦੇ ਉੱਤੇ ਹੋ ਰਿਹਾ ਹੈ? ਨਾਟ ਸਿੰਪਲ ਮੈਜੋਰਿਟੇਰੀਅਨਿਜ਼ਮ। ਖਾਲਿਦ ਸਾਹਿਬ ਮੈਂ ਇਹ ਕਹਿਣਾ ਚਾਹ ਰਿਹਾ, ਇਟਸ ਨਾਟ ਅ ਸਿੰਪਲ ਮੈਜੋਰਿਟੇਰੀਅਨਿਜ਼ਮ, ਇਟਸ ਹਿੰਦੂਤਵਾ ਜਿਹਦਾ ਇੱਕ ਪਾਰਟਿਕੂਲਰ ਨਾਮ ਹੈ। ਮੈਂ ਕਹਿੰਦਾ ਕਿ ਜਿਵੇਂ ਹਿੰਦੂਤਵਾ ਇੱਥੇ ਇਹ ਉਹ ਡਿਸਕਸ਼ਨ ਹੈ ਜਿਸ ਵੇਲੇ ਡਿਸਕਸ਼ਨ ਆਈਡੀਓਲੋਜੀ ਦੇ ਵਿਚਾਰਧਾਰਾਵਾਂ ਦੇ ਵੋਰਟੈਕਸ ਦੇ ਵਿੱਚ ਉਸ ਭੰਵਰ ਦੇ ਵਿੱਚ ਫਸ ਜਾਂਦੀ ਹੈ। ਨਹੀਂ, ਫਸਣ ਦੀ ਗੱਲ ਹੀ ਨਹੀਂ। ਲੈਟ ਮੀ ਆਸਕ ਇੱਕ ਮਿੰਟ, ਲੈਟ ਮੀ ਕੰਪਲੀਟ ਮਾਈ ਆਨਸਰ, ਲੈਟ ਮੀ ਕੰਪਲੀਟ ਮਾਈ ਆਨਸਰ। ਮੈਂ ਇਹ ਕਹਿਣਾ ਚਾਹ ਰਿਹਾ ਕਿ ਜਿਹੜੀ ਇਹ ਡਿਫਰੈਂਟ ਟਾਈਪ ਆਫ ਚੇਂਜ ਹੈ, ਜਿਹੜੀ ਕਿ ਬਿਨਾ ਆਈਡੀਓਲੋਜੀਕਲ ਚੇਂਜ ਦੇ ਸਮਝ ਹੀ ਨਹੀਂ ਆਣੀ। ਕਿਉਂ ਹੋਇਆ ਕਿ ਈਡੀ ਵੀ ਉਸੇ ਟਾਈਮ ਕਰਪਟ ਹੋ ਰਹੀ ਹੈ? ਕਿਉਂ ਹੋਇਆ ਪਾਰਲੀਮੈਂਟ ਉਸੇ ਟਾਈਮ ਕਰਪਟ ਹੋ ਰਹੀ ਹੈ? ਕਿਉਂ ਹੋਇਆ ਕਿ ਉਸੇ ਟਾਈਮ ਆਰਬੀਆਈ ਵੀ ਜਿਹੜੀ ਹੈਗੀ ਉਹ ਹਟਕੁੱਟ ਮੂਵਮੈਂਟ ਤੇ ਤੁਸੀਂ ਜਿਹੜੀ ਮਰਜ਼ੀ ਗਲੀ ਚੋਂ ਜਿਹੜੀ ਮਰਜ਼ੀ ਮੋਰੀ ਵਿੱਚੋਂ ਇਹਦੇ ਚ ਆਈਡੀਓਲੋਜੀ ਵਾੜ ਕੇ ਮੈਨੂੰ ਦਿਖਾਣਾ, ਠੀਕ ਹੈ? ਦੇਖੋ ਜੀ, ਪੀਜੀਆਈ ਵੱਡਾ ਹਸਪਤਾਲ ਹੈ, ਪੰਜਾਬ ਭਰ ਦੇ ਵਿੱਚੋਂ ਲੋਕ ਇੱਥੇ ਆ ਰਹੇ ਸਨ। ਜਾਂਦਿਆਂ ਜਾਂਦਿਆਂ ਚੰਨੀ ਸਰਕਾਰ ਨੇ ਇੱਕ ਸਮਝੌਤਾ ਕੈਂਸਲ ਕਰ ਦਿੱਤਾ ਕਿ ਲੋਕ ਹੁਣ ਅੰਸ਼ੁਮਨ ਭਾਰਤ ਦੇ ਥੱਲੇ ਇੰਸ਼ੋਰੈਂਸ ਖਤਮ ਹੋ ਗਈ ਹੈ। 7 ਮਹੀਨੇ ਤੱਕ ਉਹਨਾਂ ਨੂੰ ਇਲਾਜ ਨਹੀਂ ਮਿਲ ਰਿਹਾ ਸੀ, ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ। ਇੱਕ ਦਿਨ ਪੀਜੀਆਈ ਨੇ ਫਾਈਨਲੀ ਸਟਾਪ ਲਾ ਦਿੱਤਾ ਕਿ ਅਸੀਂ ਅੱਜ ਤੋਂ ਲੈ ਕੇ ਹੁਣ ਤੁਹਾਨੂੰ ਐਕਸੈਪਟ ਹੀ ਨਹੀਂ ਕਰਨਾ ਐਜ਼ ਪੇਸ਼ੈਂਟਸ। ਉਸ ਦਿਨ ਕਾਂਗਰਸ ਵੀ ਬਿਆਨ ਦੇ ਰਹੀ ਹੈ, ਉਸ ਦਿਨ ਸਾਰੇ ਬਿਆਨ ਦੇ ਰਹੇ ਨੇ, ਦੇਖੋ ਜੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਉਹ 7 ਮਹੀਨੇ ਦੇ ਦੌਰਾਨ ਇੱਕ ਸਿੰਗਲ ਪੋਲੀਟੀਸ਼ੀਅਨ ਨਹੀਂ ਬੋਲਿਆ। ਲੋਕਾਂ ਨੂੰ ਤਾਂ ਮੁਸ਼ਕਲਾਂ ਆ ਰਹੀਆਂ ਸਨ। ਇਹ ਮੈਂ ਦਿਵਿਆ ਗੋਇਲ ਹਰਾਂ ਦੀ ਰਿਪੋਰਟ ਪੜ੍ਹ ਰਿਹਾ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚ 4 ਅਗਸਤ ਦੀ। ਉਹਨਾਂ ਨੇ ਕਿਹਾ ਕਿ ਸੈਂਟਰ ਨੇ ਪੰਜਾਬ ਨੂੰ ਚਿੱਠੀ ਭੇਜੀ ਹੈ ਕਿ ਤੁਸੀਂ ਲਿਖ ਕੇ ਦਿੱਤਾ ਸੀਗਾ ਕਿ ਤੁਸੀਂ ਸਪਲੀਮੈਂਟਰੀ ਨਿਊਟ੍ਰੀਸ਼ਨ ਆਈਟਮਸ ਸਕੂਲਾਂ ਵਿੱਚ ਦੇਣੀਆਂ ਨੇ, ਮਿਡ ਡੇ ਮੀਲ ਦੇ ਵਿੱਚ। ਤੁਸੀਂ ਇੱਕ ਦਿਨ ਵੀ ਨਹੀਂ ਦਿੱਤਾ, 1 ਤੋਂ ਲੈ ਕੇ 1 ਤੋਂ ਲੈ ਕੇ 8ਵੀਂ ਤੱਕ ਬੱਚਿਆਂ ਨੂੰ 2021-22 ਦੇ ਵਿੱਚ। ਇਹਦੇ ਬਾਵਜੂਦ ਕਿ ਸੈਂਟਰ ਨੇ ਤੁਹਾਨੂੰ ਅਪਰੂਵ ਕਰ ਦਿੱਤਾ ਸੀਗਾ। ਇੱਕ ਪੂਰਾ ਸਾਲ 1 ਤੋਂ 8ਵੀਂ ਕਲਾਸ ਦੇ ਪੰਜਾਬ ਦੇ ਸਾਰੇ ਬੱਚਿਆਂ ਨੂੰ ਜਿਹੜਾ ਪੀਐਮ ਪੋਸ਼ਣ ਸਕੀਮ ਦੇ ਥੱਲੇ ਅਪਰੂਵ ਕੀਤਾ ਹੋਇਆ ਮੀਲ ਹੈ ਉਹ ਨਹੀਂ ਮਿਲਿਆ। ਫਿਰ ਸਰਕਾਰ ਨੇ ਲਿਖ ਕੇ ਦਿੱਤਾ ਕਿ ਅਸੀਂ ਮੋਗੇ ਤੇ ਫਿਰੋਜ਼ਪੁਰ ਵਿੱਚ ਬੱਚਿਆਂ ਨੂੰ ਨਾਲ ਕੇਲੇ ਦੇਵਾਂਗੇ। ਹੁਣ ਲਿਖ ਕੇ ਦਿੱਤਾ ਜੀ ਨਹੀਂ ਦੇ ਸਕੇ, ਹੁਣ ਅਗਲੀ ਵਾਰੀ ਉਹਨਾਂ ਨੂੰ ਮਲਟੀਗ੍ਰੇਨ ਮਿਲਟ ਚਿੱਕੀ, ਉਹ ਜਿਹੜੀ ਮੂੰਗਫਲੀ ਵਾਲੀ ਪੀਨਟਸ ਵਾਲੀ ਆ, ਉਹ ਦੇਵਾਂਗੇ। ਇਹ ਤਾਂ ਕੋਈ ਸਿਆਸਤ ਦਾ ਮਾਮਲਾ ਹੀ ਨਹੀਂ ਹੈ ਨਾ, ਕਿਉਂਕਿ ਇਹਦੇ ਚ ਆਈਡੀਓਲੋਜੀ ਨਹੀਂ ਹੈ ਨਾ। ਦੇਖੋ ਪੰਜਾਬ ਦਾ ਨਿਊਟ੍ਰੀਸ਼ਨ ਦਾ ਤੁਸੀਂ ਲੈਵਲ ਦੇਖੋ, ਪੰਜਾਬ ਦੇ ਵਿੱਚ ਐਕਸੀਡੈਂਟ, ਰੋਡ ਐਕਸੀਡੈਂਟਸ ਦਾ ਰੇਟ ਦੇਖੋ, ਪਰ ਉਹਦੇ ਚ ਆਈਡੀਓਲੋਜੀ ਨਹੀਂ ਹੈ ਨਾ ਜੀ, ਉਹਦੇ ਚ ਫਾਸਿਜ਼ਮ ਨਹੀਂ ਹੈ। ਅਸੀਂ ਉਹਦੇ ਲਈ ਨਹੀਂ ਲੜਨਾ। ਐਸਪੀ ਸਿੰਘ ਜੀ, ਆਈਡੀਓਲੋਜੀ ਜਿਹੜੀ ਹੈਗੀ ਹੈ ਨਾ, ਕਮਲਜੀਤ ਜੀ ਨੇ ਵਿੱਚ ਆਈਡੀਓਲੋਜੀ ਜ਼ਿਆਦਾਤਰ ਪੋਲੀਟੀਕਲ ਪਾਰਟੀਆਂ ਨੇ ਆਈਡੀਓਲੋਜੀ ਨੂੰ ਤਾਂ ਬਾਏ ਬਾਏ ਕਰਤੀ ਹੈ ਜੀ। ਉਹ ਹੈਗਾ ਇਲੈਕਸ਼ਨ ਨੈਕਸਟ ਜਿੱਤਣਾ। ਹਾਂ, ਫਿਰ 2024 ਦਾ ਇਲੈਕਸ਼ਨ ਲੋਕਾਂ ਨੂੰ ਵੀ ਸਮਝ ਆ ਗਈ ਹੈ। ਇਸ ਕਰਕੇ ਉਹ ਜਿਹੜਾ 1 ਰੁਪਏ ਕੀਮਤ ਵੱਧਦੀ ਹੈ, ਕਮਲਜੀਤ ਜੀ ਕਹਿੰਦੇ ਸੜਕਾਂ ਤੇ ਨਹੀਂ ਆਉਂਦੇ ਕਿਉਂਕਿ ਕਿਸੇ ਪੋਲੀਟੀਕਲ ਪਾਰਟੀ ਨੇ ਪੱਲਾ ਨਹੀਂ ਫੜਨਾ। ਦੇਖੋ, ਚਾਹੇ ਉਹ ਈਡੀ ਦਾ ਇਸਤੇਮਾਲ ਹੈ, ਚਾਹੇ ਜੋ ਕੁਝ ਵੀ ਇੱਥੇ ਹੋ ਰਿਹਾ ਹੈ ਅਨਡੈਮੋਕ੍ਰੈਟਿਕ ਹੋ ਰਿਹਾ, ਜੋ ਕੁਝ ਵੀ ਹੋ ਰਿਹਾ, ਉਹ ਪਿੱਛੇ 2024 ਹੈ ਜਿੱਥੇ ਨਿਊ ਇੰਡੀਆ ਨੂੰ ਤੁਸੀਂ ਇੰਟਰੋਡਿਊਸ ਕਰਨਾ ਹੈ। ਨਿਊ ਇੰਡੀਆ ਨੂੰ ਕਿਵੇਂ ਇੰਟਰੋਡਿਊਸ ਕਰੋਗੇ? 2024 ਦੇ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਰਾਮ ਮੰਦਿਰ ਦਾ ਉਦਘਾਟਨ ਕਰੋਗੇ, ਤੁਸੀਂ 2024 ਦੇ ਇਲੈਕਸ਼ਨ ਤੋਂ ਪਹਿਲਾਂ ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰੋਗੇ, ਔਰ ਤੁਸੀਂ ਕਹੋਗੇ ਵੀ ਇਹ ਨਿਊ ਇੰਡੀਆ ਹੈਗਾ, ਅਸੀਂ
ਜਿਹੜੇ ਮੁਗਲਾਂ ਦੇ ਸੀਗੇ ਚਿੰਨ ਉਹ ਵੀ ਖਤਮ ਕਰਤੇ ਆ, ਅੰਗਰੇਜ਼ਾਂ ਦੇ ਵੀ ਖਤਮ ਕਰਤੇ। ਥੈਂਕ ਯੂ, ਤੁਸੀਂ ਹੈਵ ਗਿਵਨ ਮੀ ਐਨ ਅਪਰਚੂਨਿਟੀ ਨਾਓ। ਹੁਣ ਮੈਨੂੰ ਤੁਸੀਂ ਆਈਡੀਓਲੋਜੀ ਵਾਲੇ ਸਵਾਲ ਦਾ ਜਵਾਬ ਦੇ ਦਿਓ। ਇੱਕ ਸੈਕਿੰਡ ਮੈਨੂੰ ਪੁੱਛ ਲੈਣ ਦਿਓ। ਮੈਨੂੰ ਇੱਕ ਮਿੰਟ ਇਸੇ ਦੇ ਵਿੱਚ ਇੱਕ 5 ਅਗਸਤ ਆਬਜ਼ਰਵੇਸ਼ਨ ਦੇ ਲੈਣ। ਇੱਕ ਮਿੰਟ, ਟੇਕ ਮਾਈ ਕੁਐਸਚਨ ਅਲੋਂਗ ਸਾਈਡ, ਤੁਹਾਨੂੰ ਮੈਂ ਖੁੱਲ ਕੇ ਟਾਈਮ ਦਿਆਂਗਾ। 5 ਅਗਸਤ ਨੂੰ ਦਿੱਲੀ ਦੇ ਵਿੱਚ ਵੱਡਾ ਸਾਰਾ ਧਰਨਾ ਰਾਹੁਲ ਗਾਂਧੀ ਲਾਉਂਦੇ ਨੇ ਪ੍ਰਾਈਸ ਰਾਈਜ਼ ਦੇ ਉੱਤੇ, ਸਭ ਕੁਝ ਦੇ ਉੱਤੇ, ਤੇ ਸ਼ਾਮ ਨੂੰ ਅਮਿਤ ਸ਼ਾਹ ਦਾ, ਯੋਗੀ ਆਦਿੱਤਿਆਨਾਥ ਦਾ ਬਿਆਨ ਆਉਂਦਾ ਹੈ ਕਿ ਇਹ ਦਿਨ ਸੀਗਾ ਮੰਦਿਰ ਦੇ ਸ਼ਿਲਾਨਿਆਸ ਵਾਲਾ, ਤੇ ਇਹਨਾਂ ਨੇ ਅਪੀਜ਼ਮੈਂਟ ਕੀਤੀ ਹੈ, ਇਹ ਬੋਲੇ ਨਹੀਂ। ਕਾਂਗਰਸ ਦੇ ਕੋਲ ਜੇ ਆਈਡੀਓਲੋਜੀਕਲ ਕੁਵਤ ਹੁੰਦੀ ਤੇ ਫਿਰ ਉਹ ਬੋਲਦੇ ਕਿ ਤੁਸੀਂ ਇਹ ਦਿਨ ਕਿਉਂ ਚੁਣਿਆ ਸੀ, ਕਿਉਂਕਿ ਤੁਸੀਂ ਉਸ ਦਿਨ 1 ਸਾਲ ਪਹਿਲਾਂ ਜੰਮੂ ਕਸ਼ਮੀਰ ਨੂੰ ਜੇਲ੍ਹ ਬਣਾ ਦਿੱਤਾ ਸੀ, ਇੱਕ ਪੂਰੀ ਵੈਲੀ ਨੂੰ ਜੇਲ੍ਹ ਬਣਾ ਦਿੱਤਾ ਸੀ, ਲੋਕਾਂ ਨੂੰ ਬੰਦ ਕਰ ਦਿੱਤਾ ਸੀ, ਧਾਰਾ 370 ਜਿਸ ਦਿਨ ਤੁਸੀਂ ਹਟਾਏ ਸੀ। ਪਰ ਕਾਂਗਰਸ ਦੇ ਵਿੱਚ ਇਹ ਹਿੰਮਤ ਨਹੀਂ, ਕਿਉਂਕਿ ਉਹ ਇੰਨਾ ਅਫੋਰਡ ਹੀ ਨਹੀਂ ਕਰ ਸਕਦੀ। ਜਿਸ ਦੇਸ਼ ਦੇ ਵਿੱਚ ਆਪੋਜੀਸ਼ਨ ਪੋਲੀਟੀਕਲ ਪਾਰਟੀਆਂ ਪੋਲਿਟਿਕਸ ਅਫੋਰਡ ਨਾ ਕਰ ਸਕਦੀਆਂ ਹੋਣ, ਤੁਹਾਨੂੰ ਉੱਥੇ ਲੱਗਦਾ ਹੈ ਉਹ ਹਿੰਦੂਤਵਾ ਜਾਂ ਫਾਸਿਜ਼ਮ ਦੀ ਆਈਡੀਓਲੋਜੀ ਦੇ ਖਿਲਾਫ ਕੋਈ ਲੜਨ ਦੀ ਕੁਵਤ ਰੱਖਦੀਆਂ ਨੇ, ਤੇ ਫਿਰ ਉਹ ਪਾਰਟੀਆਂ ਇਹ ਕਹਿਣ ਕਿ ਦੇਸ਼ ਦੇ ਵਿੱਚੋਂ ਡੈਮੋਕ੍ਰੇਸੀ ਇੱਕ ਯਾਦ ਬਣ ਕੇ ਰਹਿ ਗਈ ਹੈ। ਹੂ ਇਜ਼ ਰਿਸਪੌਂਸਿਬਲ ਫॉर ਇਟ? ਰਾਹੁਲ ਗਾਂਧੀ। ਇਹੀ ਫਿਰ ਕਾਂਗਰਸ ਰਿਸਪੌਂਸਿਬਲ ਹੈ। ਲੇਕਿਨ ਮੈਂ ਜਦੋਂ ਇਹ ਗੱਲ ਕਹਿੰਦੇ ਆ ਕਿ ਇਸ ਜਿਹੜਾ ਸਾਰਾ ਸਿਸਟਮ ਹੈਗਾ ਇਹਨੂੰ ਅਸੀਂ ਸਮਝਣਾ ਹੈ ਤੇ ਇਸ ਨੂੰ ਅਸੀਂ ਬਿਨਾਂ ਇਸ ਗੱਲ ਤੋਂ ਤੋੜ ਕੇ ਇਸ ਨੂੰ ਨਹੀਂ ਸਮਝਿਆ ਜਾ ਸਕੇਗਾ ਕਿ ਇੱਕ ਵਿਸ਼ੇਸ਼ ਵਿਚਾਰਧਾਰਾ ਆਈਡੀਓਲੋਜੀ ਉਹ ਇਸ ਸਾਰੇ ਸਿਸਟਮ ਨੂੰ ਚੇਂਜ ਕਰ ਰਹੀ ਹੈ। ਜਦੋਂ ਤੱਕ ਇਸ ਨੂੰ, ਜਦੋਂ ਮੈਂ ਇਹ ਕਹਿੰਦਾ ਕਿ ਇਸ ਨੂੰ ਤੋੜ ਕੇ ਨਹੀਂ ਸਮਝਿਆ ਜਾਂਦਾ, ਤਾਂ ਮੈਂ ਰਾਹੁਲ ਗਾਂਧੀ ਦੀ ਸਾਈਡ ਤੇ ਖੜੇ ਹੋ ਕੇ ਨਹੀਂ ਕਹਿੰਦਾ, ਬਲਕਿ ਮੈਂ ਸਗੋਂ ਤਾਂ ਕਹਿੰਦਾ ਕਿ ਰਾਹੁਲ ਗਾਂਧੀ ਉਹਨਾਂ ਦੇ ਕਾਰਵਾਈਆਂ ਜਿਹੜੀਆਂ ਹੁਣ ਤੱਕ ਰਹੀਆਂ, ਜਿਹੜਾ ਉਹਨਾਂ ਨੇ ਰਾਜ ਕੀਤਾ, ਉਹਨਾਂ ਨੂੰ ਆਧਾਰ ਬਣਾ ਕੇ ਤਾਂ ਇਹ ਹੋ ਰਿਹਾ ਕਿ ਈਡੀ ਦੀ ਰੇਟ ਜਸਟੀਫਾਈ ਹੋ ਜਾਂਦੀ ਹੈ ਜਦੋਂ ਨੋਟਾਂ ਦਾ ਢੇਰ ਸੱਚਮੁੱਚ ਨਿਕਲ ਕੇ ਸਾਹਮਣੇ ਆ ਜਾਂਦਾ ਹੈ। ਉਹਨਾਂ ਨੇ, ਦੇ ਆਰ ਕਲਪ੍ਰਿਟਸ, ਦੇ ਆਰ ਨਾਟ ਵਿਕਟਿਮਸ, ਉਹ ਕਾਰਵਾਈ ਦੇ ਜ਼ਿੰਮੇਵਾਰ ਲੋਕ ਨੇ। ਮੈਂ ਜੋ ਕਹਿਣਾ ਚਾਹ ਰਿਹਾ ਉਹ ਇਹ ਹੈ ਕਿ ਉਹਨਾਂ ਦੇ ਕੋਲੇ ਚਾਰਾ ਨਹੀਂ ਹੈ। ਮੈਂ ਜਸਟ ਇੱਕ ਜਿਹੜੀ ਬਹੁਤ ਇੰਪੋਰਟੈਂਟ ਆਬਜ਼ਰਵੇਸ਼ਨ ਲੋਕਾਂ ਵਾਲੀ ਨਵੀਂ ਪੋਲਿਟਿਕਸ ਕਿੱਥੋਂ ਆਏਗੀ ਉਹ ਦੱਸੋ। ਮੈਂ ਉਹੀ ਆਬਜ਼ਰਵੇਸ਼ਨ ਇੱਕ ਤੁਹਾਨੂੰ ਦੇਣ ਜਾ ਰਿਹਾ। ਘਰ ਘਰ ਤਿਰੰਗਾ ਲਗਾਇਆ ਜਾਣਾ ਹੈ ਜੀ। ਉਹ ਪਾਰਟੀ ਕਹਿ ਰਹੀ ਹੈ ਜਿਸ ਦੀ ਆਪਣੀ ਆਰਐਸਐਸ ਖੁਦ ਤਿਰੰਗੇ ਦੀ ਵਿਰੋਧੀ ਸੀ ਕਿ 3 ਰੰਗ ਨੇ ਤੇ 3 ਦਾ ਅੱਖਰ ਜਿਹੜਾ ਹੈਗਾ ਹਿੰਦੂ ਧਰਮ ਦੇ ਵਿੱਚ। ਨੋ ਪ੍ਰੋਬਲਮ ਵਿਦ ਦੈਟ। ਜੇ ਦੇਸ਼ ਦਾ 75ਵਾਂ ਆਜ਼ਾਦੀ ਦਾ ਮਹੋਤਸਵ ਹੈ ਤੇ ਹਰ ਤਿਰੰਗੇ ਦੇ ਸਲੋਗਨ ਦੇ ਵਿੱਚ ਕੀ ਪ੍ਰੋਬਲਮ ਹੈ? ਮੈਂ ਪ੍ਰੈਕਟੀਕਲ ਤੁਹਾਨੂੰ ਇੱਕ ਜਸਟ ਆਬਜ਼ਰਵੇਸ਼ਨ ਦੇਣ ਲੱਗਿਆ। ਚੰਡੀਗੜ੍ਹ ਦੇ ਵਿੱਚ ਆਂਗਨਵਾੜੀ ਵਰਕਰਸ ਨੇ, ਉਹਨਾਂ ਦੀ ਮੋਨੋਪੋਲੀ ਨਹੀਂ ਹੈ, ਕਿਸੇ ਦੀ ਮੋਨੋਪੋਲੀ ਨਹੀਂ ਹੈ। ਚੰਡੀਗੜ੍ਹ ਦੇ ਆਂਗਨਵਾੜੀ ਵਰਕਰਸ ਨੇ, ਮਤਲਬ ਕਿਵੇਂ ਲਾਗੂ ਕੀਤਾ ਜਾਂਦਾ, ਮੈਂ ਉਹਦੇ ਬਾਰੇ ਗੱਲ ਕਰ ਰਿਹਾ। ਫਰਾਈਡੇ ਚੰਡੀਗੜ੍ਹ ਦੇ ਆਂਗਨਵਾੜੀ ਵਰਕਰਸ ਤੋਂ ਪਰ ਹੈਡ 21 ਰੁਪਏ ਜਮ੍ਹਾਂ ਕਰਵਾਏ ਗਏ ਨੇ, ਜਿਨ੍ਹਾਂ ਦੀ ਤਨਖਾਹ 5500 ਰੁਪਏ ਆ ਤੇ ਜਿਨ੍ਹਾਂ ਨੂੰ ਪਿਛਲੇ 6 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਉਹਨਾਂ ਵਿਅਕਤੀਆਂ ਤੋਂ 21 ਰੁਪਏ ਪਰ ਹੈਡ ਤਿਰੰਗੇ ਦੇ ਨਾਮ ਤੇ ਜਮ੍ਹਾਂ ਕਰਾ, ਤੇ ਉਹਨਾਂ ਦੀਆਂ ਚੀਕਾਂ, ਉਹ ਕਹਿੰਦੇ ਸਾਡੇ ਬੱਚਿਆਂ ਦੇ ਮੂੰਹ ਚੋਂ ਦੁੱਧ ਖੋ ਕੇ ਸਾਨੂੰ ਤਿਰੰਗਾ ਲਗਾਉਣ ਵਾਸਤੇ ਤਿਆਰ ਕੀਤਾ। ਅਸੀਂ ਲਗਾਉਂਦੇ ਤਿਰੰਗਾ, ਅਸੀਂ ਖੁਦ ਖਰੀਦ ਕੇ ਵੀ ਲਗਾਉਂਦੇ, ਸਾਡੀ ਤਨਖਾਹ ਦੇ ਦਿਓ, ਅਸੀਂ ਖੁਦ ਜਾਵਾਂਗੇ ਮਾਰਕੀਟ, ਅਸੀਂ ਖਰੀਦ ਕੇ ਲਗਾਵਾਂਗੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਪਾਰਟਿਕੂਲਰ ਤਰੀਕਾ ਹੈ ਚੀਜ਼ਾਂ ਨੂੰ ਲਾਗੂ ਕਰਨ ਦਾ, ਇੱਕ ਪਾਰਟਿਕੂਲਰ ਵਿਚਾਰਧਾਰਾ ਹੈ ਜਿਹੜੀ ਇਸ ਵੇਲੇ ਥੋਪੀ ਜਾ ਰਹੀ ਹੈ। ਇਹ ਲੋਕਾਂ ਨੇ, ਮੈਂ ਹੁਣੀ ਅੱਜ ਹੀ ਇੱਕ ਬਾਬਾ ਸੁੰਦਰ ਸਿੰਘ ਕਲਸੀਆ ਬਾਰੇ, ਤੁਸੀਂ ਸ਼ਾਇਦ ਉਹ ਤੁਹਾਡੇ ਧਿਆਨ ਚ ਹੋਣਾ, ਹੰਸ ਸਾਹਿਬ ਦੀ ਕਿਤਾਬ ਹੈਗੀ, ਮੈਂ ਉਹਦੀ ਕੱਲ ਜੀਵਨੀ ਕਿਸੇ ਕਾਰਨ ਪੜ੍ਹ ਰਿਹਾ ਸੀਗਾ। ਸੁਰਜੀਤ ਸਿੰਘ ਹੰਸ ਜੀ। ਕਮਾਲ ਦਾ ਸਿਚੁਏਸ਼ਨ ਹੈ ਕਿ ਸਾਰੇ ਇਨਕਲਾਬੀ, ਸਾਰੇ ਦੇਸ਼ ਭਗਤ ਇਕੱਠੇ ਹੋ ਕੇ ਡੇਰਾ ਬੱਸੀ ਨਾਂ ਦੀ ਜਗ੍ਹਾ ਦੇ ਉੱਤੇ ਤਿਰੰਗਾ ਝੰਡਾ ਫਹਿਰਾਉਂਦੇ ਨੇ ਕਿਸਾਨ ਸਭਾ ਦੇ ਇਜਲਾਸ ਤੋਂ ਬਾਅਦ, ਤੇ ਪੁਲਿਸ ਆ ਕੇ ਉਹ ਝੰਡਾ ਫਾੜਦੀ ਹੈ। ਉਹ ਦੁਬਾਰਾ ਉੱਥੇ ਇਕੱਠ ਕਰਦੇ ਨੇ ਤੇ ਕਹਿੰਦੇ ਨੇ ਕਿ ਇਹ ਤਿਰੰਗਾ ਹੁਣ ਲਾ ਕੇ ਦਿਖਾਓ, ਅਸੀਂ ਦੇਖਾਂਗੇ ਤੁਹਾਨੂੰ। ਤੇ ਉਸ ਤੋਂ ਬਾਅਦ ਉਹਨਾਂ ਨੂੰ ਪਟਿਆਲੇ ਸ਼ਸ਼ਰੌਲੀ ਰਿਆਸਤ ਤੋਂ ਉਹਨਾਂ ਨੂੰ ਮੈਸੇਜ ਆਉਂਦਾ ਹੈ ਕਿ ਰਾਜਾ ਸਾਹਿਬ ਨੇ ਕਹਿਤਾ ਤੁਹਾਡਾ ਝੰਡਾ ਨਹੀਂ ਉਤਾਰਿਆ ਜਾਏਗਾ, ਤੁਸੀਂ ਲਗਾ ਸਕਦੇ ਹੋ। ਸੋ ਇਹ ਜਿਸ ਮੁਲਕ ਨੇ ਇਸ ਕਿਸਮ ਦੀ ਸਟਰਗਲ ਲੜੀ ਹੋਵੇ ਇਸੇ ਤਿਰੰਗੇ ਦੇ ਨਾਂ ਦੇ ਉੱਤੇ, ਉਸ ਮਿਲਕ ਨੂੰ ਕਿਹਾ ਜਾਵੇ ਵੀ ਤੁਹਾਨੂੰ ਬਿਨਾਂ ਤਨਖਾਹ ਤੋਂ ਕੰਮ ਕਰਨਾ ਪਏਗਾ, 21 ਰੁਪਏ ਜਮ੍ਹਾਂ ਕਰਾਣੇ ਪੈਣਗੇ, ਫਿਰ ਤੁਸੀਂ ਆਪਣੇ ਘਰ ਦੇ ਉੱਤੇ ਤਿਰੰਗਾ ਲਗਾਓਗੇ, ਨਹੀਂ ਲਗਾਓਗੇ ਤਾਂ ਤੁਹਾਨੂੰ ਦੇਸ਼ ਦਾ ਗੱਦਾਰ ਮੰਨਿਆ ਜਾਏਗਾ। ਇਹ ਵਿਚਾਰਧਾਰਕ ਟਰਨ ਹੈ। ਹੁਣ ਤੁਹਾਨੂੰ ਪਤਾ ਹੈ ਈਡੀ ਨਹੀਂ ਹੈ ਸਿਰਫ, ਈਡੀ ਤੇ ਹੋਰ ਸਭ ਇਸ ਦੇ ਵਿੱਚ ਇੱਕ ਫੋਰਸ ਬਣਦੀ ਹੈ। ਕੋਈ ਇੰਟਰਪ੍ਰੀਟੇਸ਼ਨਸ ਦਾ ਡਰ ਹੁੰਦਾ ਹੈ ਕਿ ਜਿਸ ਤਰ੍ਹਾਂ ਦੀ ਇਹ ਗੱਲ ਕਰ ਰਹੇ ਨੇ, ਇਹ ਕੋਈ ਵਿਰੋਧੀ ਪਾਰਟੀ ਜਿਵੇਂ ਹੀ ਕਰੇਗੀ ਉਹਦੀ ਝੱਟ ਇੰਟਰਪ੍ਰੀਟੇਸ਼ਨ ਹੋਏਗੀ। ਪਰ ਮੈਂ ਕਹਿੰਦਾ ਕਿ ਉਹ ਆਂਗਨਵਾੜੀ ਵਰਕਰ ਤੇ ਖੜੇ ਨੇ ਨਾ, ਜਿਨ੍ਹਾਂ ਤੋਂ 21 ਰੁਪਏ ਉਗਰਾਏ ਗਏ ਨੇ, ਤਿਰੰਗਾ ਵਰਗੀ ਮੁਹਿੰਮ ਦਾ ਨੂੰ ਤੁਸੀਂ ਅਪੋਜ਼ ਕਰਨ ਦੇ। ਪਰ ਮੈਂ ਕਹਿੰਦਾ ਕਿ ਕਿਵੇਂ ਲਾਗੂ, ਕਿਸ ਵਿਚਾਰਧਾਰਾ ਨਾਲ ਲਾਗੂ ਕੀਤੀ ਜਾਂਦੀ ਹੈ, ਕਿਸ ਦਿਸ਼ਾ ਦੇ ਵਿੱਚ ਉਹਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਬ੍ਰੇਕ ਤੇ ਜਾਣ ਤੋਂ ਪਹਿਲਾਂ ਨਾ ਬਸ ਇੰਨੀ ਗੱਲ ਕਹਿਣ ਦੀ ਟੈਂਪਟੇਸ਼ਨ ਨੂੰ ਮੈਂ ਯੀਲਡ ਕਰ ਰਿਹਾ ਕਿ ਉਹ ਛੁਰੀ ਇਸ ਤਰੀਕੇ ਨਾਲ ਬਣਾਉਂਦੇ ਨੇ ਕਿ ਤੁਸੀਂ ਖੁਦ ਡਿੱਗੋਗੇ, ਜਾਂ ਤੇ ਛੁਰੀ ਨਾਲ ਵਿਰੋਧੀ ਕੁੱਟਿਆ ਜਾਏਗਾ ਜਾਂ ਫਿਰ ਵਿਰੋਧੀ ਆ ਕੇ ਛੁਰੀ ਦੇ ਉੱਤੇ ਡਿੱਗੇਗਾ। ਐਗਜ਼ੈਕਟਲੀ, ਮੈਂ ਇਸੇ ਕਰਕੇ ਕਹਿ ਰਿਹਾ ਕਿ ਲੋਕ ਕਿਉਂ ਨਹੀਂ ਵਿਰੋਧ ਕਰ ਪਾਉਂਦੇ, ਕਿਉਂਕਿ ਉਹ ਤਿਰੰਗਾ ਹੱਥ 'ਚ ਫੜ ਕੇ ਆਉਂਦੇ ਨੇ। ਆਈਲ ਗੋ ਬੈਕ ਟੂ ਇੰਸਟੀਟਿਊਸ਼ਨਸ ਕੇ ਜਿਹੜਾ ਇੰਸਟੀਟਿਊਸ਼ਨਲ ਫਰੇਮਵਰਕ ਹੈ, ਐਂਡ ਵੀ ਸ਼ੁਡ ਟਾਕ ਮੋਰ ਅਬਾਊਟ ਬਿਊਰੋਕ੍ਰੇਸੀ, ਜੁਡੀਸ਼ਰੀ, ਪਾਰਲੀਮੈਂਟ, ਲਾਅ ਮੇਕਿੰਗ। ਇਹਨਾਂ ਸਭ ਦੇ ਨਾਲ ਡੈਮੋਕ੍ਰੇਸੀ ਦਾ ਕੀ ਵਾਸਤਾ ਸੀ, ਕਿਹਨਾਂ ਤਾਕਤਾਂ ਨੇ ਉਹਨਾਂ ਲਈ ਲੜਨਾ ਸੀ, ਤੇ ਦੇਸ਼ ਦੀ ਜਿਹੜੀ ਜਮਹੂਰੀਅਤ ਹੈ ਉਸਨੇ ਕਿਵੇਂ ਸੁਰੱਖਿਅਤ ਰਹਿਣਾ ਸੀ। ਇਹ ਸਭ ਕਰ ਰਹੇ ਹਾਂ ਦੇਸ਼ ਦੇ ਵਿੱਚ ਇੰਸਟੀਟਿਊਸ਼ਨਲ ਨਿਗਾਰ ਬਾਰੇ, ਅਦਾਰਿਆਂ ਦੇ ਨਿਗਾਰ ਬਾਰੇ। 75 ਸਾਲ ਜਿਸ ਵੇਲੇ ਆਜ਼ਾਦੀ ਦੇ ਹੋ ਗਏ ਹੋਣ, ਦੇਸ਼ ਕਿਸੇ ਅੰਮ੍ਰਿਤ ਕਾਲ ਦੇ ਵਿੱਚੋਂ ਲੰਘ ਰਿਹਾ ਹੋਵੇ, ਹਰ ਘਰ ਤਿਰੰਗੇ ਫਹਿਰਾਉਣ ਦੀ ਗੱਲ ਹੋ ਰਹੀ ਹੋਵੇ,
ਤਾਂ ਡੈਮੋਕ੍ਰੇਸੀ ਦੀ ਮਜ਼ਬੂਤੀ ਦੇ ਚਰਚੇ ਗਲੀਆਂ ਬਾਜ਼ਾਰਾਂ ਵਿੱਚ ਹੋਣੇ ਚਾਹੀਦੇ ਸਨ। ਉਹਦੀ ਜਗ੍ਹਾ ਦੇ ਉੱਤੇ ਅਸੀਂ ਅਦਾਰਿਆਂ ਦੇ ਖੁਰਦੇ ਪੁਰਦੇ ਖਸਤਾ ਹਾਲ ਹੋਣ ਦੀ ਬਾਤ ਪਾ ਰਹੇ ਹਾਂ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਅਤੇ ਕਮਲਜੀਤ ਜੀ। ਮੁਹੰਮਦ ਖਾਲਿਦ ਜੀ, ਤੁਹਾਨੂੰ ਲੱਗਦਾ ਨਹੀਂ ਕਿ ਇਸ ਸਮੇਂ ਸਾਨੂੰ ਜ਼ਰੂਰਤ ਸੀਗੀ ਬੈਕ ਟੂ ਦਾ ਫੰਡਾਮੈਂਟਲਸ? ਕੁਝ ਗਲਤੀਆਂ ਹੋਈਆਂ ਨੇ, ਕੁਝ ਚੀਜ਼ਾਂ ਅਸੀਂ ਸੁਧਾਰ ਲਈ ਕੀਤੀਆਂ ਸੀ, ਜਿਸ ਤਰ੍ਹਾਂ ਐਂਟੀ ਡਿਫੈਕਸ਼ਨ ਐਕਟ ਉਹਨਾਂ ਦੇ ਵਿੱਚੋਂ ਇੱਕ ਸੀ। ਕੁਝ ਚੀਜ਼ਾਂ ਅਸੀਂ ਸੋਚਿਆ ਕਿ ਦੇਸ਼ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਬੇਈਮਾਨੀ ਹੋ ਰਹੀ ਹੈ, ਕਰਪਸ਼ਨ ਹੋ ਰਹੀ ਹੈ, ਉਹਦੇ ਲਈ ਇਹ ਐਨਫੋਰਸਮੈਂਟ ਡਾਇਰੈਕਟੋਰੇਟ ਵਰਗੇ ਅਦਾਰੇ ਬਣਾਏ ਗਏ। ਇਹ ਵੀ ਖੂਬਸੂਰਤ ਗੱਲ ਹੈ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਇਹ ਰੂਲਸ ਇਸ ਤਰੀਕੇ ਨਾਲ ਬਣਾਏ ਗਏ। ਇਹ ਮਨਮੋਹਨ ਸਿੰਘ ਹਰਾਂ ਦੀ ਸਰਕਾਰ ਵੇਲੇ ਹੋਰ ਸਖਤ ਕੀਤੇ ਗਏ। ਇਹ ਵੈਸੇ ਮਿਡ 50s ਦਾ ਐਨਫੋਰਸਮੈਂਟ ਡਾਇਰੈਕਟੋਰੇਟ, ਅਦਰਵਾਈਜ਼ 55 56 ਦੇ ਆਸ-ਪਾਸ ਦਾ ਐਨਫੋਰਸਮੈਂਟ ਡਾਇਰੈਕਟੋਰੇਟ ਹੈ। ਸੋ ਇਹ ਫਰੇਮਵਰਕ ਇਸ ਤਰੀਕੇ ਨਾਲ ਬਣਾਏ ਗਏ ਸੀ ਕਿ ਅਦਾਰਿਆਂ ਨੂੰ ਹੋਰ ਆਟੋਨਮੀ ਦਿੱਤੀ ਜਾਵੇ। ਇੱਕ ਲੰਬੇ ਸਮੇਂ ਤੋਂ ਪੁਲਿਸ ਕਿਉਂਕਿ ਆਮ ਆਦਮੀ ਦਾ ਸਰਕਾਰ ਨਾਲ ਵਾਹ ਤੇ ਪੁਲਿਸ ਦੇ ਥਰੂ ਹੀ ਪੈਂਦਾ। ਜਦੋਂ ਸੜਕ ਤੇ ਉਹਨੂੰ ਕੋਈ ਰੋਕ ਲੈਂਦਾ ਉਹਨੂੰ ਪਤਾ ਲੱਗਦਾ ਇਹ ਸਰਕਾਰ ਨੇ ਰੋਕਿਆ, ਜਾਂ ਕੋਈ ਕਲਰਕ ਉਹਦੀ ਫਾਈਲ ਰੋਕ ਲੈਂਦਾ ਤਾਂ ਉਹਨੂੰ ਪਤਾ ਲੱਗਦਾ ਇਹ ਸਰਕਾਰ ਹੈਗੀ ਹੈ। ਉਹਦਾ ਤੇ ਵਾਹ ਉਨੀ ਕੋਈ ਸਰਕਾਰ ਨਾਲ ਪੈਂਦਾ। ਉਹ ਸਰਕਾਰਾਂ, ਪੁਲਿਸ ਹੋਵੇ ਜਾਂ ਬਿਊਰੋਕ੍ਰੈਟਿਕ ਸਿਸਟਮ ਹੋਵੇ, ਉਹਨਾਂ ਦੇ ਵਿੱਚ ਸੁਧਾਰ ਲਈ ਅਸੀਂ ਉਹਨਾਂ ਨੂੰ ਲਗਾਤਾਰ ਆਟੋਨਮੀ ਦੀਆਂ ਗੱਲਾਂ ਸੁਣਦੇ ਆ ਰਹੇ ਹਾਂ। ਹੁਣ ਅੱਜ ਦੀ ਤਰੀਕ ਦੇ ਵਿੱਚ ਕੀ ਕੀਤਾ ਜਾਵੇ? ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ CBI ਨੂੰ ਆਟੋਨੋਮਸ ਕਰ ਦਿਓ, ਤੇ ਆਟੋਨੋਮਸ CBI ਦਾ ਹਾਲ ਅਸੀਂ ਦੇਖਿਆ। ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਹੋਰ ਆਟੋਨਮੀ ਦੇ ਦਿੱਤੀ ਜਾਵੇ। ਉਹ ਤੇ ਕੰਬਖਤ ਆਟੋਨੋਮਸ ਕੋਈ ਜਾਪਦਾ ਹੀ ਨਹੀਂਗਾ ਕਿ ਉਹਨੂੰ ਸਰਕਾਰਾਂ ਨੂੰ ਅਕਾਊਂਟੇਬਲ ਕੀਤਾ ਜਾਵੇ। ਉਹ ਤਾਂ ਬੜਾ ਹੀ ਅਕਾਊਂਟੇਬਲ ਹੈ। ਹੁਣ ਕੀਤਾ ਕੀ ਜਾਵੇ? ਦੋ ਚੀਜ਼ਾਂ ਹੈਗੀਆਂ। ਜਸਟਿਸ ਚੀਫ ਜਸਟਿਸ ਆਫ ਇੰਡੀਆ ਰਮन्ना ਨੇ ਜੀ ਇਹ ਗੱਲ ਕਹੀ ਕਿ ਇੱਕ ਇੰਡੀਪੈਂਡੈਂਟ ਇੰਸਟੀਟਿਊਸ਼ਨ ਬਣਾਇਆ ਜਾਵੇ ਜਿਹੜਾ ਕਿ ਇਹਨਾਂ ਨੂੰ ਰੈਗੂਲੇਟ ਕਰੇ। ਹੁਣ ਹੁੰਦਾ ਕੀ ਹੈ, ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਦੇ ਵਿੱਚ 3 ਕੈਡਰ ਹੈ, IRS ਹੈ, IPS ਹੈ, IAS ਹੈ ਜੀ। ਔਰ ਉਹ ਡੈਪੂਟੇਸ਼ਨ ਤੇ ਕਿੱਥੋਂ ਆ ਰਹੇ ਹਨ? ਕਿਉਂਕਿ ਜ਼ਿਆਦਾਤਰ ਡੈਪੂਟੇਸ਼ਨ ਤੇ ਹੈ। ਉਹ ਡੈਪੂਟੇਸ਼ਨ ਤੇ ਉਹਨਾਂ ਸਟੇਟ ਦੇ ਵਿੱਚੋਂ ਆ ਰਹੇ ਹੈ ਜਿਹੜੇ ਸਟੇਟ ਦੇ ਲੋਕ ਜਿਹੜੇ ਹੈਗੇ ਸੈਂਟਰ ਦੇ ਵਿੱਚ ਰਾਜ ਕਰ ਰਹੇ ਹਨ। ਉਹਨਾਂ ਨੂੰ ਪਤਾ ਵੀ ਇਹਨਾਂ ਦੇ ਮੁਤਾਬਕ ਹੀ ਮੈਨੇ ਚੱਲਣਾ। ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਰੈਗੂਲੇਟ ਕਰਨ ਦੀ ਲੋੜ ਹੈ। ਮੈਂ ਦੱਸਦੇ ਨਾ ਲੋਕਾਂ ਨੂੰ ਖੋਲ ਕੇ, ਤੁਸੀਂ ਇਹ ਕਹਿ ਰਹੇ ਹੋ ਕਿ ਦੇਸ਼ ਦੇ ਉੱਤੇ ਗੁਜਰਾਤੀ ਰਾਜ ਕਰ ਰਹੇ ਨੇ। ਨੰਬਰ 1 ਯੈਸ, ਤੁਹਾਡੀ ਇੱਕ ਫੇਰੀ ਤਲਵਾਈ ਹੈ ਨਾ APJ ਅਬਦੁਲ ਕਲਾਮ ਰੋਡ ਤੇ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜਾ ਤੁਸੀਂ ਕਿਹਾ ਕਿ ਇਹ ਜਿਹੜੇ ਇੰਸਟੀਟਿਊਸ਼ਨਸ ਹੈ, ਇਹ ਇੰਸਟੀਟਿਊਸ਼ਨਸ ਬਣਾਏ ਸੀਗੇ ਇੱਕ ਡਿਫਰੈਂਟ ਪਰਪਸ ਵਾਸਤੇ, ਲੇਕਿਨ ਉਹਦੇ ਵਿੱਚੋਂ ਆਪਾਂ ਕੱਢ ਕੀ ਰਹੇ ਹਾਂ? ਅਸੀਂ ਉਹਨੂੰ ਮਿਸਯੂਜ਼ ਔਰ ਯੂਜ਼ ਜੋ ਵੀ ਕਰ ਰਹੇ ਹਾਂ। ਔਰ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਨੋ ਡਾਊਟ ਜਿਹੜੇ ਜੈਨੂਇਨ ਕੇਸਿਸ ਹੈ ਉਹ ਤਾਂ ਤੁਸੀਂ ਫੜ ਨਹੀਂ ਫੜਨੇ, ਲੇਕਿਨ ਉਹ ਲੋਕ ਜਿਨ੍ਹਾਂ ਨੇ ਕਦੇ ਕੁਝ ਨਹੀਂ ਕੀਤਾ, ਲੇਕਿਨ ਕਿਉਂਕਿ ਆਪੋਜੀਸ਼ਨ 'ਚ ਹੈ ਇਸ ਕਰਕੇ ਉਹਨਾਂ ਨੂੰ ਵੀ ਰਗੜਨਾ ਹੈ। ਉਹ ਚੀਜ਼ ਜਿਹੜੀ ਹੈਗੀ ਉਹ ਗਲਤ ਹੈ। ਕੁਐਸਚਨ ਹੁੰਦਾ ਕਮਲਜੀਤ ਜੀ, ਅਸੀਂ ਲੋਕਾਂ ਦੇ, ਸਿਆਸਤਦਾਨ ਦੇ ਦਿਆਨਤਦਾਰ ਹੋਣ ਤੱਕ ਦੀ ਇੰਤਜ਼ਾਰ ਨਹੀਂ ਕਰ ਸਕਦੇ। ਇਸ ਕਰਕੇ ਸਿਸਟਮਸ ਬਣਾਏ ਜਾਂਦੇ ਨੇ। ਯੂਨਾਈਟਿਡ ਸਟੇਟਸ ਦੇ ਵਿੱਚ, ਇੰਗਲੈਂਡ ਦੇ ਵਿੱਚ ਜਿਹੜੇ ਸਿਸਟਮਸ ਨੇ ਕਿ ਇਹ ਜਿਹੜੀਆਂ ਏਜੰਸੀਜ਼ ਹੋਣਗੀਆਂ ਉਹ ਉਹਨਾਂ ਦੀਆਂ ਸੈਨੇਟ ਹੀਅਰਿੰਗਸ ਹੋਣਗੀਆਂ, ਹਾਊਸ ਟੈਸਟੀਫਿਕੇਸ਼ਨ ਕਮੇਟੀਜ਼ ਬੈਠਣਗੀਆਂ, ਜਿੱਥੇ ਕੁਝ ਹਿੱਸੇ 'ਚ ਪਬਲਿਕਲੀ ਉਹਨਾਂ ਨੂੰ ਗ੍ਰਿਲ ਕੀਤਾ ਜਾਂਦਾ। ਤੁਸੀਂ ਜਿਸ ਵੇਲੇ TV ਦੇ ਉੱਤੇ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ FBI ਡਾਇਰੈਕਟਰ ਦੀ ਕੁਐਸਚਨਿੰਗ ਹੋ ਰਹੀ ਹੈ, ਗ੍ਰਿਲਿੰਗ ਹੋ ਰਹੀ ਹੈ, ਤਾਂ ਇੱਥੇ ਹਿੰਦੁਸਤਾਨ 'ਚ ਬੈਠੇ ਸਾਦੇ ਦਰਸ਼ਕ ਨੂੰ ਪਸੀਨੇ ਛੁੱਟ ਰਹੇ ਹੁੰਦੇ ਨੇ। ਕੀ ਹਾਲ ਹੁੰਦਾ ਕਿ ਅਸੀਂ ਉਸ ਕਿਸਮ ਦੀ ਆਟੋਨੋਮਸ ਨਾ ਤੇ ਅਦਾਰੇ ਬਣਾਏ। ਇਹਨਾਂ 75 ਸਾਲਾਂ ਦੇ ਵਿੱਚ ਕਾਂਗਰਸ ਨੇ ਕਦੀ ਉਹ ਕੰਮ ਨਹੀਂ ਕੀਤਾ, ਨਾ ਹੀ ਕਦੀ ਡਿਮਾਂਡ ਕੀਤੀ ਹੈ, ਨਾ BJP ਦੇ ਉੱਤੇ ਕਦੀ ਜ਼ੋਰ ਪਾਉਣ ਲਈ ਇਹ ਕੋਸ਼ਿਸ਼ ਕੀਤੀ ਹੈ, ਨਾ ਹੀ ਇਸ ਦੇਸ਼ ਦੇ ਕਾਮਰੇਡਾਂ ਦੀ ਕੋਈ ਬਹੁਤ ਵੱਡੀ ਆਵਾਜ਼ ਇਹਦੇ ਬਾਰੇ ਉੱਠ ਰਹੀ ਹੈ। ਤੇ ਜੇ ਅਜੇ ਵਿੱਚ ਇਹ ਸ਼ਿਕਾਇਤ ਕਰਨਾ ਕਿ ਡੈਮੋਕ੍ਰੇਸੀ ਭੁੱਲਦੀ ਜਾ ਰਹੀ ਹੈ ਤੇ ਇਹ ਤੇ ਹੁਣ ਯਾਦ ਬਣ ਕੇ ਰਹਿ ਗਈ ਹੈ, ਇਨਸਟੈਡ ਆਫ ਦੈਟ ਵੀ ਸ਼ੁੱਡ ਬੀ ਟਾਕਿੰਗ ਅਬਾਊਟ ਇੰਸਟੀਟਿਊਸ਼ਨਲ ਰਿਫਾਰਮਸ। ਮੈਨੂੰ ਇਹ ਲੱਗਦਾ ਹੈ ਹੁਣ ਕਰੇਗਾ ਕੌਣ ਕਰੇਗਾ? ਜੇ ਅਸੀਂ ਇਹ ਸਾਰੀ ਗੱਲ ਨੂੰ ਇਸ ਰੂਪ ਵਿੱਚ ਮੰਨ ਲਈਏ ਕਿ ਸਵਾਲ ਸਿਰਫ ਇੰਨਾ ਹੀ ਹੈ ਕਿ ਕੁਝ ਅਦਾਰੇ ਨੇ, ਅਦਾਰਿਆਂ ਦੇ ਵਿੱਚ ਕੁਝ ਗੜਬੜਾਂ ਹੋ ਗਈਆਂ, ਮੁਕਤ ਪਾਰਲੀਮੈਂਟ ਕਰ ਦੇਗੀ। ਹਾਂ, ਉਸ ਤੋਂ ਨਹੀਂ, ਉਸ ਤੋਂ ਕਨਕਲੂਜਨ ਦੂਜਾ ਨਿਕਲਦਾ ਹੈ ਕਿ ਸਿੰਪਲੀ ਇੰਨਾ ਹੈ ਕਿ ਅਗਲੀਆਂ ਚੋਣਾਂ ਦੇ ਵਿੱਚ ਆਪੋਜੀਸ਼ਨ ਸੱਤਾ ਦੇ ਵਿੱਚ ਆ ਜੂਗੀ, ਸਭ ਠੀਕ ਹੋ ਜਾਏਗਾ। ਐਸੀਆਂ ਗੱਲਾਂ ਲੱਗਦੀਆਂ ਨੇ, ਪਰ ਮੈਨੂੰ ਲੱਗਦਾ ਦਿਸ ਇਜ਼ ਨੋ ਸੋਲੂਸ਼ਨ। ਇਹਦੇ ਨਾਲ ਕੋਈ ਰਸਤਾ ਨਹੀਂ ਨਿਕਲਣ ਵਾਲਾ, ਕਿਉਂਕਿ ਇਹ ਪੋਜੀਸ਼ਨ ਹੁਣ ਨਹੀਂ ਆਉਣ ਜਾ ਰਹੀ। ਤੁਸੀਂ ਗੱਲ ਕੀਤੀ ਕਿ ਪਬਲਿਕ ਗ੍ਰਿਲਿੰਗ, ਜਦੋਂ ਤੁਹਾਨੂੰ ਯਾਦ ਹੈ ਇਨਕਾਊਂਟਰਸ ਹੁੰਦੇ ਨੇ, ਰਾਹੁਲ ਗਾਂਧੀ ਦੇ ਉੱਤੇ ਇਨਕਾਊਂਟਰਸ ਹੁੰਦੇ ਨੇ। ਜੇ ਮੈਂ ਰਾਹੁਲ ਗਾਂਧੀ, ਸੋਨੀਆ ਗਾਂਧੀ ਨੂੰ ਬਿਠਾ ਕੇ ਹਾਊਸ ਟੈਸਟੀਫਿਕੇਸ਼ਨ ਕਮੇਟੀ, ਨੈਸ਼ਨਲ ਹੈਰਾਲਡ ਬਾਰੇ, ਯੰਗ ਇੰਡੀਅਨਸ ਬਾਰੇ ਸਵਾਲ ਪੁੱਛਣ ਲੱਗ ਜਾਏ, ਵਿਲ ਦੇ ਬੀ ਏਬਲ ਟੂ ਸਰਵਾਈਵ? ਮੈਨੂੰ ਲੱਗਦਾ ਕਿ ਉਹ ਕਹਿਣਗੇ ਛੱਡੋ ED, ਪਬਲਿਕਲੀ ਕਰ ਲਓ ਫਿਰ ਤੁਸੀਂ।
ਇਹ ਵੀ ਹੋ ਸਕਦਾ ਨਹੀਂ ਫਿਰ ਉਹ ਹੋਏਗਾ ਉਹਨਾਂ ਕੋਲ ਫਿਰ ਹੋਏਗਾ ਜੋ ਸਿਆਸਤਦਾਨ ਕਹਿੰਦੇ ਹੁੰਦੇ ਨੇ ਕਿ ਜੀ ਅਸੀਂ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ। ਇਸੇ ਕਰਕੇ ਮੈਂ ਕਹਿਣਾ ਦਿਸ ਇਜ਼ ਵਾਟ ਇੰਦਰਾ ਗਾਂਧੀ ਸਟਾਰਟਡ, ਦਿਸ ਇਜ਼ ਵਾਟ ਬੀਜੇਪੀ ਸੇਜ਼ ਕਿ ਅਸੀਂ ਲੋਕ ਕਚਹਿਰੀ 'ਚੋਂ ਫਤਵਾ ਲੈ ਕੇ ਆਉਂਦੇ ਹਾਂ। ਯੈਸ, ਮੈਂ ਇਹ ਕਹਿਣਾ ਕਿ ਉਹਨਾਂ ਨੇ ਨਾਲ ਜੋ ਕੀਤਾ ਗਿਆ ਜਿਹੜਾ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਇੱਕ ਪਾਸੇ ਇੰਸਟੀਟਿਊਸ਼ਨ ਡਿਟੀਰੀਓਰੇਟ ਕੀਤੇ ਨੇ, ਦੂਜੇ ਪਾਸੇ ਲੋਕਾਂ ਦੇ ਵਿੱਚ ਵੀ ਇਸ ਕਿਸਮ ਦੀਆਂ ਵਿਚਾਰਧਾਰਾਵਾਂ, ਇਸ ਕਿਸਮ ਦੀਆਂ ਵਿਚਾਰ ਜਿਹੜੇ ਨੇ ਮਜ਼ਬੂਤ ਹੋਏ ਨੇ ਕਿ ਇਨਕਾਊਂਟਰ ਦੇ ਹੱਕ 'ਚ ਖੜੇ ਹੁੰਦੇ ਨੇ ਲੋਕ। ਬਿਲਕੁਲ ਤੁਸੀਂ ਸਮਝ ਰਹੇ ਹੋ ਨਾ, ਇਨਕਾਊਂਟਰ ਦੇ ਹੱਕ ਦੇ ਵਿੱਚ ਖੜੇ ਹੋਣ ਦਾ ਮਤਲਬ ਭਵਿੱਖ ਵਾਸਤੇ ਇੱਕ ਇੰਸਟੀਟਿਊਸ਼ਨਲ ਫਰੇਮਵਰਕ ਨੂੰ ਰੱਦ ਹੀ ਕਰ ਦੇਣਾ, ਕਿਉਂਕਿ ਤੁਸੀਂ ਜਿਹਦੇ ਹੱਕ ਦੇ ਵਿੱਚ ਗਨ ਹੈ ਉਹ ਫਾਈਨਲ ਕਰੇਗਾ। ਬੁਲਡੋਜ਼ਰ ਦੇ ਹੱਕ ਦੇ ਵਿੱਚ ਲੋਕ ਖੜੇ ਹੋਏ। ਸੋ ਮੈਂ ਕਹਿੰਦਾ ਕਿ ਇੰਪੋਰਟੈਂਟ ਕੀ ਹੈ, ਪਬਲਿਕ ਓਪੀਨੀਅਨ ਨਾਲ ਚੇਂਜ ਹੋ ਰਿਹਾ। ਤਾਂ ਹੀ ਮੈਂ ਬਾਰ-ਬਾਰ ਇਸ ਗੱਲ ਤੇ ਜ਼ੋਰ ਦੇਣਾ ਕਿ ਨਿਊ ਟਾਈਪ ਆਫ ਚੇਂਜ ਹੈ ਕਰ ਰਿਹਾ। ਹੂ ਇਜ਼ ਔਨ ਦਾ ਜੌਬ ਰਾਈਟ ਨਾਓ? ਪਬਲਿਕ ਓਪੀਨੀਅਨ ਬਦਲਣ ਲਈ ਕੰਮ ਜੋ ਕਰ ਰਿਹਾ ਆਰਐਸਐਸ ਤਨਦੇਹੀ ਨਾਲ ਆਰਐਸਐਸ ਕਰ ਰਹੀ ਹੈ, ਕੰਮ ਕਰ ਰਹੀ ਹੈ ਕਿ ਉਹ ਪਬਲਿਕ ਓਪੀਨੀਅਨ ਬਦਲ ਰਹੀ ਹੈ। ਬਿਲਕੁਲ ਬਿਲਕੁਲ। ਜਿਨ੍ਹਾਂ ਲੋਕਾਂ ਨੂੰ ਡੈਮੋਕ੍ਰੇਸੀ ਨੂੰ ਖਤਰਾ ਜਾਪਦਾ ਉਹ ਆਪਣਾ ਕੰਮ ਕਿੱਥੇ ਕਰ ਰਹੇ ਨੇ? ਸਮਬਡੀ ਇਜ਼ ਮਿਸਿੰਗ ਫਰਮ ਡਿਊਟੀ। ਉਹ ਡਿਊਟੀ ਤੋਂ ਅਸੀਂ ਮਿਸ ਕਰ ਰਹੇ ਹਾਂ ਜਾਂ ਅਸੀਂ ਇਫੈਕਟਿਵ ਹੀ ਨਹੀਂ ਹੋ ਰਹੇ। 8 ਸਾਲ ਹੋ ਗਏ ਇਹ ਗੱਲ ਕਹਿ ਰਹੇ ਹਾਂ ਕਿ ਹਿੰਦੂਤਵ ਆ ਰਿਹਾ ਹੈ, ਉਹ ਸਾਰਾ ਕੁਝ ਚੇਂਜ ਹੋ ਰਿਹਾ। ਤੁਸੀਂ ਆਵਾਜ਼ ਵਿੱਚ ਹਾਰ ਦੀ ਟੋਨ ਦੇਖੀ ਆਵਾਜ਼ ਵਿੱਚ? ਲੇਕਿਨ ਹਾਰੇ ਹੋਇਆਂ ਦੀ ਆਵਾਜ਼, ਲੇਕਿਨ ਗੱਲ ਹੈਗੀ ਹੈ ਕਿਆ ਤੁਸੀਂ ਕੋਈ ਕਾਊਂਟਰ ਨੈਰੇਟਿਵ ਕ੍ਰੀਏਟ ਕਰਨ ਦੇ ਵਿੱਚ ਕਾਮਯਾਬ ਹੋਏ ਹੋ? ਯੈਸ, ਮੈਂ ਕਹਿ ਰਿਹਾ ਕਿ ਇਹੀ ਗੜਬੜ ਹੋਈ ਹੈ। ਕਿਆ ਤੁਸੀਂ ਕਰ ਰਹੇ ਹੋ? ਕਿਆ ਉਹਦੇ ਵਿੱਚ ਥੋੜਾ ਬਹੁਤ ਤੁਸੀਂ WhatsApp ਰੈਵੋਲੂਸ਼ਨਰੀ ਬਣ ਰਹੇ ਹੋ? ਬਜਾਏ ਇਸ ਦੇ WhatsApp ਦੇ ਉੱਤੇ ਜਮਾ ਹੀ ਇਨਫੈਕਟਿਵ ਆਪਾਂ ਸੱਚ ਇਹ ਹੈ। WhatsApp ਰੈਵੋਲੂਸ਼ਨਰੀ ਨਹੀਂ ਹੈ, WhatsApp ਉੱਤੇ ਇਨਫੈਕਟਿਵ। ਤੁਸੀਂ ਬਜਾਏ ਇਸ ਦੇ ਕਿ ਤੁਸੀਂ ਸੜਕ ਤੇ ਆਮੋ, ਸ਼ੁਕਰ ਨਹੀਂ ਕਰ ਰਹੇ ਤੁਸੀਂ ਵੀ ਦੇਸ਼ ਦੇ ਵਿੱਚ ਅਜੇ ਨੌਜਵਾਨ ਕਿਤੇ ਇਟਲੀ ਘੁੰਮਣ ਨਹੀਂ ਚਲਾ ਗਿਆ ਵਿੱਚੋਂ ਛੁੱਟੀਆਂ ਲੈ ਕੇ। ਮੈਂ ਤੇ ਇਹ ਕਹਿ ਰਿਹਾ ਸਰ ਕਿ ਜਦੋਂ ਇਹਨੂੰ ਤੁਸੀਂ ਕਹਿੰਦੇ ਹੋ ਕਿ ਹਾਰੇ ਹੋਇਆਂ ਦੀ ਟੋਨ, ਹਾਰੇ ਹੋਏ ਨਹੀਂ, ਮੈਂ ਹੋਰ ਜ਼ੋਰ ਦੇ ਨਾਲ ਚਾਹ ਰਿਹਾ ਕਿ ਇਸ ਕੰਮ ਦੇ ਉੱਤੇ ਸੋਚਿਆ ਜਾਵੇ, ਇਸ ਕੰਮ ਦੇ ਉੱਤੇ ਹੋਰ ਜ਼ੋਰ ਲਗਾਇਆ ਜਾਵੇ, ਕਿਉਂਕਿ ਇਹ ਇੱਕ ਡੀਪ ਰੂਟਡ ਚੇਂਜ ਹੈ। ਇਹ ਸਿਰਫ ਤੇ ਸਿਰਫ ਇੰਸਟੀਟਿਊਸ਼ਨਸ ਦੇ ਵਿੱਚ ਕੁਝ ਗੜਬੜਾ ਹੋ ਕੇ ਐਸਾ ਨਹੀਂ ਹੈ। ਇਸ਼ੂ ਬਣਾਉਣਾ ਹੁੰਦਾ ਜੀ। ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਇਸ ਵੇਲੇ ਕਿੰਨੀ ਵੱਡੀ ਡਿਮਾਂਡ ਹੈ। ਸਾਡਾ ਹਰ ਬੱਚਾ ਫੋਨ ਯੂਜ਼ ਕਰ ਰਿਹਾ ਹੈ, ਸਾਡਾ ਹਰ ਬੱਚਾ ਲੈਪਟਾਪ ਯੂਜ਼ ਕਰ ਰਿਹਾ ਹੈ। ਦੇਸ਼ ਕਿਵੇਂ ਡਿਜੀਟਲ ਵਾਲੇ ਪਾਸੇ ਵਧ ਰਿਹਾ ਹੈ ਤੇ ਡਿਜੀਟਲ ਡਿਵਾਈਡ ਕਿੰਨੀ ਵੱਡੀ ਹੈ। ਇਸ ਦੌਰਾਨ ਇੰਟਰਨੈਸ਼ਨਲ ਜਿਹੜੀਆਂ ਕੰਪਨੀਆਂ ਨੇ ਆਈਟੀ ਸੈਕਟਰ ਦੀਆਂ, ਉਹ ਡਾਟੇ ਨਾਲ ਕੀ ਕਰ ਰਹੀਆਂ ਨੇ? ਜਦੋਂ 4 ਸਾਲ ਲਗਾਤਾਰ ਕੰਮ ਹੁੰਦਾ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਦੇ ਉੱਤੇ ਤੇ ਇੱਕ ਦਿਨ ਅਚਾਨਕ ਸਰਕਾਰ ਕਹਿੰਦੀ ਹੈ ਅਸੀਂ ਨਾ ਕੀਤਾ ਕਰਾਇਆ ਕੰਮ ਪਾਸੇ ਕਰ ਲਿਆ, ਅਸੀਂ ਕੁਝ ਨਵਾਂ ਲੈ ਕੇ ਆ ਰਹੇ ਹਾਂ। ਕੰਪਰੀਹੈਂਸਿਵ ਨੋ ਨੋਇਜ਼, ਕੋਈ ਰੌਲਾ ਨਹੀਂ ਪੈਂਦਾ। ਮਤਲਬ ਸ਼ੈਲ ਪਪੂਲਰ ਨੈਰੇਟਿਵ ਹੋ ਸਕਦਾ ਹੈ, ਪਪੂਲਰ ਨੈਰੇਟਿਵ ਹੈ। ਇਫ ਯੂ ਡੋਨਟ ਹੈਵ ਐਨੀਥਿੰਗ ਟੂ ਹਾਈਡ, ਸਮਝ ਹੀ ਨਹੀਂ ਆ ਵੀ ਕੀ ਹੋ ਗਿਆ। ਵਾਟ ਹੈਪਨਡ ਦਿਸ ਵੀਕ? ਦੇਸ਼ ਦਾ ਕੈਬਨਿਟ ਸੈਕਟਰੀ, ਕਿੰਨੀ ਵੱਡੀ ਪੋਸਟ ਹੁੰਦੀ ਹੈ, ਅਚਾਨਕ ਸਰਕਾਰ ਇੱਕ ਛੋਟੀ ਜਿਹੀ ਖਬਰ ਦਿੰਦੀ ਹੈ ਕਿ ਕੈਬਨਿਟ ਸੈਕਟਰੀ ਨੂੰ 1 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈ। ਦਿਸ ਇਜ਼ ਹਿਸ ਸੈਕੰਡ ਐਕਸਟੈਂਸ਼ਨ। ਇਹ 15ਵੇਂ ਸਫੇ ਦੀ ਖਬਰ ਹੈ ਅਖਬਾਰਾਂ ਦੀ ਜੀ। ਇਹ ਇੰਸਟੀਟਿਊਸ਼ਨ ਹੈ। Cabinet Secretary is number 1 bureaucrat of the country. ਦੇਸ਼ ਦਾ ਨੰਬਰ 1 Cabinet Secretary is the only bureaucrat who attends cabinet meetings. Only bureaucrat ਜਿਹੜਾ cabinet meeting 'ਚ ਬੈਠਦਾ। ਬਿਲਕੁਲ। ਤੇ appointments committee cabinet ਦੀ ਇਹ ਫੈਸਲਾ ਲੈ ਲੈਂਦੀ ਹੈ। ਮੈਂ ਤੇ ਇਹ ਸੈਟਰਡੇ ਦੀਆਂ ਅਖਬਾਰਾਂ ਦੇ ਵਿੱਚ ਇਹ ਕਿਸੇ ਅਖਬਾਰ 'ਚ ਪਹਿਲੇ ਪੰਨੇ ਤੇ ਨਹੀਂ ਦੇਖੀ। ਦਿਸ ਇੰਸਟੀਟਿਊਸ਼ਨ ਇੱਥੇ ਖਤਮ ਕੀਤੇ ਜਾ ਰਹੇ ਨੇ ਜਾਂ ਬਣਾਏ ਜਾ ਰਹੇ ਨੇ। ਜਿਸ ਤਰੀਕੇ ਦੇ ਨਾਲ PMLA ਦੀ ਜਜਮੈਂਟ ਆਈ ਹੈ ਸੁਪਰੀਮ ਕੋਰਟ ਦੀ, ਮਤਲਬ ਰਹਿੰਦੀ ਦੁਨੀਆ ਤੱਕ ਲਾ ਦੇ ਸਟੂਡੈਂਟ ਸਟੱਡੀ ਕਰਨਗੇ ਕਿ ਇੰਸਟੀਟਿਊਸ਼ਨਸ ਕੀ ਕਰ ਰਹੇ ਸੀਗੇ। ਇਹ ਸਾਰੀਆਂ ਚੀਜ਼ਾਂ ਆਪੋਜੀਸ਼ਨ ਦੇ ਨੈਰੇਟਿਵ ਦਾ ਹਿੱਸਾ ਨਹੀਂ ਹੈ। ਪ੍ਰਾਈਸ ਰਾਈਜ਼ ਤੇ ਇਸ ਕਰਕੇ ਹਿੱਸਾ ਲੋਕਾਂ ਨੂੰ ਪਤਾ ਹੈ। ਉਹ ਥੋੜੇ ਜਿਹੇ ਚੱਕਰ ਇੱਕ ਲਵਾ ਦਿੱਤਾ ਹੈ ਨਾ, ਸੋਨੀਆ ਗਾਂਧੀ ਦੇ 2-3 ਚੱਕਰ ਲਵਾ ਦਿੱਤੇ ਨੇ। ਇਸੇ ਕਰਕੇ ਮੈਂ ਕਹਿਣਾ ਤੁਹਾਨੂੰ ਕਾਊਂਟਰ ਨੈਰੇਟਿਵ ਹਰ ਸਪੌਟ ਤੇ ਬਿਲਡ ਕਰਨਾ ਪਏਗਾ। ਇਹ ਨਹੀਂ ਹੈ ਵੀ ਤੁਸੀਂ ਸਿਰਫ ਉੱਠੇ ਇੱਕ ਦਿਨ ਤੇ ਆਪਣੇ ਸੜਕਾਂ ਦੇ ਉੱਪਰ ਆ ਕੇ ਉਹ ਕਰਕੇ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਗਏ। ਮੈਂ ਕਹਿੰਦਾ ਖਾਲੀ ਸਾਹਿਬ ਉਹਨਾਂ ਨੂੰ ਫਾਇਦਾ ਹੀ ਨਹੀਂ ਹੈ ਸਲਾਹ ਦੇਣ ਦਾ, ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਨਾ ਕਿ ਤੁਹਾਨੂੰ ਇਹ ਕਰਨਾ ਪੈਣਾ। ਦੇ ਆਰ ਨੀ ਯੂਜ਼, ਉਹਨਾਂ ਦੀ ਅੱਜ ਦੀ ਹਾਲਤ ਹੀ ਨਹੀਂ ਹੈ। ਉਹਨਾਂ ਦਾ ਬਿਲਡ ਕੀਤਾ ਹਰ ਨੈਰੇਟਿਵ ਲੋਕੀ ਇਸ ਤਰ੍ਹਾਂ ਹੀ ਲੈ ਰਹੇ ਨੇ। ਉਹ ਵੀ ਤਾਂ ਘਰੇ ਬੈਠੇ ਨਾ। ਪਰ ਮੈਂ ਇਹ ਕਹਿਣਾ ਕਿ ਕਿਸ ਤੋਂ ਐਕਸਪੈਕਟਡ ਹੈ? 3 ਸਾਲ ਪਹਿਲਾਂ ਦੇਖੋ ਮੈਂ ਪਹਿਲਾਂ 5 ਅਗਸਤ ਨੂੰ 3 ਸਾਲ ਪਹਿਲਾਂ ਕਸ਼ਮੀਰ ਦੇ ਵਿੱਚ ਸਭ ਤੋਂ ਮੋਡਰੇਟ ਜਿਹੜੀ ਆਵਾਜ਼ ਆ ਮੀਰਵੈਜ਼ ਉਮਰ ਫਾਰੂਕ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਅੱਜ ਤੱਕ ਉਹ ਵਿਅਕਤੀ ਘਰ ਦੇ ਵਿੱਚ ਨਜ਼ਰਬੰਦ ਹੈ। ਇਹ ਸਾਡੇ ਕਸ਼ਮੀਰ ਦੇ ਵਿੱਚ ਖਾੜਕੂ ਧਿਰਾਂ ਦੀ ਸਭ ਤੋਂ ਮੋਡਰੇਟ ਆਵਾਜ਼ ਹੈ ਤੇ ਇੱਕ ਸਿੰਗਲ ਬਿਆਨ ਕਿਸੇ ਪੋਲੀਟੀਕਲ ਪਾਰਟੀ ਦੇ ਮੂੰਹੋਂ ਨਹੀਂ ਨਿਕਲਿਆ। ਈਵਨ ਕਸ਼ਮੀਰੀਆਂ ਤੋਂ, ਕਸ਼ਮੀਰੀ ਜਿਹੜੇ ਲੀਡਰ ਹੈ ਉਹਨਾਂ ਤੋਂ ਨਹੀਂ ਨਿਕਲਿਆ। ਕਸ਼ਮੀਰ ਤੋਂ ਇਹ ਆਵਾਜ਼ ਨਹੀਂ ਨਿਕਲੀ। ਹੂ ਇਜ਼ ਡੂਇੰਗ ਪੋਲਿਟਿਕਸ? ਅਸੀਂ ਜੋ ਰਾਜਸੀ ਆਕਾ ਕਰਨਾ ਚਾਹ ਰਹੇ ਉਹਨੂੰ ਆਪੋਜੀਸ਼ਨ ਭਜਣਾ ਚਾਹ ਰਹੀ। ਪੋਲਿਟਿਕਸ ਤਾਂ ਫਿਰ ਈਡੀ ਦੀ ਹੋਗੀ ਨਾ। ਪੋਲਿਟਿਕਸ ਈਡੀ ਦੀ ਹੋਗੀ ਨਾ ਕਿ ਤੂੰ ਬੋਲ। ਆਪਣੇ ਪੰਜਾਬ ਦੇ ਵਿੱਚ ਦੇਖੋ, ਪੰਜਾਬ ਦੇ ਵਿੱਚ ਬੜੇ ਲੋਕ ਇਸੇ ਕਰਕੇ ਚੁੱਪ ਬੈਠੇ ਆ ਵੀ ਈਡੀ ਜਿਹੜਾ ਹੈਗਾ ਸਰਕਾਰ ਦੇ ਅਗੇਂਸਟ ਕੁਝ ਨਹੀਂ ਬੋਲਣਾ, ਸੈਂਟਰ ਦੇ ਖਿਲਾਫ ਕੁਝ ਨਹੀਂ ਬੋਲਣਾ। ਈਡੀ ਹੈ, ਈਡੀ ਦੀਆਂ ਸਰਕਾਰਾਂ ਇਸੇ ਕਰਕੇ ਤਾਂ ਬਣ ਰਹੀਆਂ। ਸੋ ਮੈਨੂੰ ਇਹ ਲੱਗਦਾ ਕਿ ਸਿੰਪਲੀ ਆਪੋਜੀਸ਼ਨ ਵਾਪਸ ਆ ਜਾਏਗੀ ਫਿਰ ਸਭ ਕੁਝ ਠੀਕ ਹੋ ਜਾਏਗਾ। ਇਹ ਨਹੀਂ ਹੋਣ ਜਾ ਰਿਹਾ। ਇਹ ਕੋਈ ਮਾਸ ਅਵੇਕਨਿੰਗ, ਮਾਸ ਲੈਵਲ ਦੇ ਉੱਤੇ ਕੋਈ ਮੂਵਮੈਂਟ
ਜਿਹੜੀ ਹੈ ਉਹਨੂੰ ਬਿਲਡ ਕਰਨ ਦਾ ਹੀ ਕੁਐਸਚਨ ਹੈ। ਨੋ ਡਾਊਟ ਅਸੀਂ ਕਿੰਨੇ ਮਰਜ਼ੀ ਇਨਫੈਕਟਿਵ ਹੋਈ ਅੱਜ ਦੀ ਡੇਟ 'ਚ, ਬਟ ਨੋ ਅਦਰ ਸੋਲੂਸ਼ਨ, ਕੋਈ ਹੋਰ ਦੂਜਾ ਰਸਤਾ ਸਾਡੀ ਨਜ਼ਰ 'ਚ ਨਹੀਂ। ਮੇਰੇ ਦਰਸ਼ਕ ਘਰਾਂ ਵਿੱਚ ਤਿਰੰਗੇ ਲੈ ਕੇ ਫਹਿਰਾਨ ਲਈ ਤਿਆਰ ਬੈਠੇ ਨੇ। ਅਸੀਂ ਹੁਣ ਅੰਮ੍ਰਿਤ ਕਾਲ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਜਿਨ੍ਹਾਂ ਲੋਕਾਂ ਨੇ ਦੇਸ਼ ਦੇ ਵਿੱਚ ਇਹ ਕੰਮ ਕਰਨੇ ਸੀ, ਲੋਕ ਨੈਰੇਟਿਵ ਬਣਾਉਣ ਦੇ, ਉਹ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਹੀ ਨਹੀਂ ਪਾਏਗੇ ਬਲਕਿ ਭਗੌੜੇ ਹੋ ਚੁੱਕੇ ਨੇ। ਰਾਜਸੀ ਆਕਾ ਜਿਨ੍ਹਾਂ ਦਾ ਇਸ ਵੇਲੇ ਰਾਜ ਹੈ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਨੇ। ਤੁਸੀਂ ਬਹੁਤੀ ਚਿੰਤਾ ਨਾ ਕਰਨਾ, 4 ਸ਼ੇਰ ਮੁਸਤੈਦ ਖੜੇ ਹੋ ਗਏ ਨੇ ਤੇ ਇੱਕ ਨਵਾਂ ਸਿਰਨਾਵਾ ਦਿੱਲੀ ਦੇ ਵਿੱਚ ਸਿਰਜਿਆ ਜਾ ਚੁੱਕਾ ਹੈ। APJ ਅਬਦੁਲ ਕਲਾਮ ਰੋਡ ਤੋਂ ਚੱਲੀ ਹੋਈ ਆਜ਼ਾਦੀ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਰਹੀ ਹੈ। ਕਸ਼ਮੀਰੀਆਂ ਨੇ ਇਹਦਾ ਮਜ਼ਾ ਚੱਖ ਲਿਆ, ਬਾਕੀ ਦਾ ਦੇਸ਼ ਵੀ ਇਹਦਾ ਮਜ਼ਾ ਚੱਖਦਾ ਰਹੇਗਾ। ਅੰਮ੍ਰਿਤਕਾਲ ਦੀ ਵਧਾਈ ਹੋਵੇ, ਤਿਰੰਗਾ ਫਹਿਰਾਉਂਦੇ ਰਹਿਣਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਤੁਹਾਡਾ ਰੱਬ ਰੱਖਾ।